ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਲੋਕ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਵੰਦੋ ਬਾਰ ਬਾਰ ਜਗਦੀਸ਼ਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਰਹੀ ਬਰਖ ਪੈ ਮਿਲਿਓ ਤਬ, ਸਰਗਵਾਲ ਕੇ ਸਾਥ। ਬਰਖ ਰਹਿਓ ਮਰਨੇ ਸਮੈ, ਦੀਨਸ ਬਿਤਿਆ ਪਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ। ਛਤਰ ਚਾਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਅਪਾਰ ਰਹਿਮਤ ਹੈ, ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ।
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ 10ਵੀਂ ਜੋਤ, ਸਾਹਿਬੇ ਕਮਾਲ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਬਾਜਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਇਤਿਹਾਸ ਨੂੰ ਜਿਨ੍ਹਾਂ ਨੇ ਸੁਣਿਆ, ਸਰਵਣ ਦਰਸ਼ਨ ਕੀਤੇ ਸਤਿਗੁਰਾਂ ਦੇ, ਕਿਉਂਕਿ ਗੁਰ ਇਤਿਹਾਸ ਸਤਿਗੁਰਾਂ ਦਾ ਸਰਵਣ ਦਰਸ਼ਨ ਹੈ। ਔਰ ਮਹਾਰਾਜ ਜੀਆਂ ਦੇ ਸਰਵਣ ਦਰਸ਼ਨ ਕੀਤਿਆਂ, ਸਤਿਗੁਰਾਂ ਦੇ ਦੀਦਾਰ ਕੀਤਿਆਂ ਜੀਵਨ ਮੁਕਤ ਅਵਸਥਾ ਪ੍ਰਾਪਤ ਹੁੰਦੀ, ਦੁਬਾਰਾ ਗਰਭ ਜੂਨ ਵਿੱਚ ਨਹੀਂ ਆਉਂਦਾ ਜੀਵ, ਜਿਹੜਾ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀਆਂ ਦੇ ਪਾਵਨ ਜੀਵਨ ਇਤਿਹਾਸ ਨੂੰ ਸੁਣਦਾ ਹੈ। ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਅਨੇਕਾਂ ਬਖਸ਼ਿਸ਼ਾਂ ਕਰਦਿਆਂ ਹੋਇਆਂ ਗੁਰਸਿੱਖਾਂ ਦੀ ਭਾਵਨਾ, ਗੁਰਸਿੱਖਾਂ ਦੇ ਹਿਰਦੇ ਦੇ ਸਵਾਲ ਬਲਬਲੇ, ਹਰ ਇੱਕ ਦੀ ਸਮੱਸਿਆ ਦਾ ਸਮਾਧਾਨ ਸਤਿਗੁਰੂ ਜੀ ਬਖਸ਼ਿਸ਼ਾਂ ਕਰਕੇ ਹੱਲ ਕਰਦੇ। ਮਹਾਰਾਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ, ਹਿਰਦੇ ਅੰਦਰ ਧਾਰਨ ਕਰਨਾ, ਉਪਦੇਸ਼ ਦੀ ਕਮਾਈ ਕਰਨੀ, ਸਤਿਨਾਮ ਦਾ ਜਾਪ ਕਰਨਾ ਔਰ ਆਪਣੇ ਮਨੁੱਖਾ ਜੀਵਨ ਦੀ ਅਹਿਮੀਅਤ ਨੂੰ ਸਮਝਣਾ, ਕਿਉਂਕਿ ਮਨੁੱਖਾ ਜੀਵਨ ਦੁਰਲੱਭ ਹੈ, ਕੀਮਤੀ ਸਵਾਸ ਹਨ ਔਰ ਇਸ ਦੁਰਲੱਭਤਾ ਨੂੰ ਮਹਿਸੂਸ ਕਰਨਾ, ਜਾਣਨਾ ਔਰ ਆਪਣੇ ਜੀਵਨ ਨੂੰ ਸਫਲ ਬਣਾਉਣਾ, ਤਾਂ ਕਿ ਦੁਬਾਰਾ ਇਹ ਜੀਵਨ ਜਿਹੜਾ ਹੈ ਆਵਾਗਾਉਣ ਦੇ ਚੱਕਰ ਤੋਂ ਬਚ ਸਕੇ। ਕੇਵਲ ਇਹੀ ਸਮਾਂ ਹੈ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ ਔਰ ਇਸੇ ਸਮੇਂ ਦੌਰਾਨ, ਕਿਉਂਕਿ ਸਮਾਂ ਗਿਣਵਾ ਹੈ ਔਰ ਗਿਣਵੇਂ ਮਿੱਥੇ ਹੋਏ ਸਮੇਂ ਦੌਰਾਨ ਆਪਣੇ ਜੀਵਨ ਨੂੰ ਸਫਲਾ ਬਣਾ ਕਰਕੇ, ਇਹਦੀ ਅਹਿਮੀਅਤ ਨੂੰ ਸਮਝ ਕਰਕੇ ਜੀਵਨ ਗੁਰੂ ਸਾਹਿਬ ਜੀ ਦੇ ਕਹੇ ਬਚਨਾਂ 'ਤੇ ਭਰੋਸਾ ਕਰਦਿਆਂ ਇਹ ਲਾਹਾ ਪ੍ਰਾਪਤ ਕਰਕੇ ਜਾਣਾ। ਕਿਉਂ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ। ਇੱਕ ਬੀਬੀ ਮਹਾਰਾਜ ਜੀਆਂ ਦੇ ਦੀਵਾਨ ਵਿੱਚ ਆਈ, ਉਹਨੇ ਬੇਨਤੀ ਕੀਤੀ, ਨੇਤਰਾਂ ਦੇ ਵਿੱਚੋਂ ਹੰਝੂ ਵਗਦੇ। ਮਹਾਰਾਜ ਜੀ ਪੁੱਛਦੇ ਵੀ ਭਾਈ ਕੀ ਕਾਰਨ ਹੈ ਤੁਹਾਡੇ ਦੁੱਖ ਦਾ? ਕਹਿਣ ਲੱਗੇ ਸਤਿਗੁਰੂ ਜੀ ਮੇਰਾ ਪਤੀ ਅਨੰਦਪੁਰ ਸਾਹਿਬ ਨੂੰ ਆ ਰਿਹਾ ਸੀ ਔਰ ਰਸਤੇ ਦੇ ਵਿੱਚ ਉਹਦੀ ਪਹਾੜੀ ਰਾਜਿਆਂ ਦੇ ਨਾਲ ਲੜਦਿਆਂ ਮੌਤ ਹੋ ਗਈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਹਰ ਇੱਕ ਗੁਰਸਿੱਖ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ, ਹਰ ਇੱਕ ਦੇ ਤਨ 'ਤੇ ਸ਼ਸਤਰ ਹੋਣੇ ਚਾਹੀਦੇ, ਤਾਂ ਕਰਕੇ ਜ਼ੁਲਮ ਦਾ ਟਾਕਰਾ ਕਰ ਸਕੇ ਸਿੱਖ। ਸਵੈ ਰੱਖਿਆ ਵਾਸਤੇ, ਜਰਵਾਣੇ ਦੀ ਭਖਿਆ ਵਾਸਤੇ ਇਹ ਸ਼ਸਤਰ ਜੋ ਹਨ ਹਰ ਇੱਕ ਗੁਰਸਿੱਖ ਨੇ ਆਪਣੇ ਤਨ 'ਤੇ ਧਾਰਨ ਕਰਨੇ, ਤਨ 'ਤੇ ਸਜਾਉਣੇ। ਕਿਉਂ ਮਹਾਰਾਜ ਜੀਆਂ ਨੇ ਬੇਅੰਤ ਬਖਸ਼ਿਸ਼ਾਂ ਗੁਰਸਿੱਖਾਂ 'ਤੇ ਕੀਤੀਆਂ। ਸਤਿਗੁਰੂ ਜੀ ਹੋਰ ਵੀ ਜਿਵੇਂ ਬਖਸ਼ਿਸ਼ਾਂ ਕਰ ਰਹੇ ਹਨ। ਆਓ ਸਾਧ ਸੰਗਤ, ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਜਿਉਂ ਬੁਲਾਵੇ ਤਿਉਂ ਬੋਲਣਾ ਸੁਆਮੀ। ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ। ਰਹੀ ਪਰਖ ਪੈ ਮਿਲਿਓ ਤਬ, ਸਰਬ ਵਾਰ ਕੇ ਸਾਥ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਹੋਇਆਂ ਸ਼ਾਹ ਸਿਕੰਦਰ ਨਾਮੀ ਹਕੀਮ ਜੋ ਪੰਜਾਬ ਦੇ ਵਿੱਚ ਆਇਆ, ਲੁਧਿਆਣੇ ਦੇ ਕੋਲ 50 ਸਾਲ ਸਮਾਂ ਇਹਨੇ ਬਤੀਤ ਕੀਤਾ ਹੈ।
1 ਸਾਲ ਦੀ ਉਮਰੇ ਦੀ ਰਹਿੰਦੀ ਸੀ। ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਨੇ ਸ੍ਰੀ ਰਵਾਲਸਰ ਸਾਹਿਬ ਵਿਖੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸ੍ਰੀ ਰਵਾਲਸਰ ਸਾਹਿਬ ਵਿਖੇ ਗਏ, ਉੱਥੇ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਇਆ ਔਰ ਉਸ ਸਮੇਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਨੇ ਆਪਣੇ ਮਨੁੱਖਾ ਜੀਵਨ, ਕਿਉਂਕਿ ਇਹਨੇ ਚਿਕਿਤਸਾ ਜਿਹੜਾ ਸੀ ਉਹ ਪੜ੍ਹਿਆ, ਵਿਦਿਆਰਥੀਆਂ ਨੂੰ ਪੜ੍ਹਾਇਆ, ਜਿੱਥੇ ਇਹਨੇ ਆਯੁਰਵੈਦਿਕ ਦੀ ਜਿਹੜੀ ਵਿੱਦਿਆ ਸੀ, ਇਹ ਜੋ ਇਲਮ ਸੀ ਆਪਣੇ ਵਿਦਿਆਰਥੀਆਂ ਨੂੰ ਦਿੱਤਾ ਔਰ ਉੱਥੇ ਫਿਰ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆ ਕੇ ਇਹਨੇ ਆਪਣੇ ਜੀਵਨ ਦੀ ਅਹਿਮੀਅਤ ਨੂੰ ਜਾਣਿਆ ਹੈ। ਬਰਖ ਰਹਿਓ ਮਰਨੇ ਸਮੈ ਦੀਨਸ ਵਿਦਿਆ ਪਾਥ। ਜਿੰਨੀ ਵਿੱਦਿਆ ਸੀ ਇਹਦੇ ਪਾਸ, ਉਹਨੇ ਆਪਣੇ ਵਿਦਿਆਰਥੀਆਂ ਨੂੰ ਇਹ ਵਿੱਦਿਆ ਪੜ੍ਹਾਈ ਔਰ ਉਹਨੇ ਸੱਚ ਦਾ, ਪਰਮਾਰਥ ਦਾ ਮਾਰਗ ਜਿਹੜਾ ਸੀ ਉਹ ਦੱਸਿਆ ਹੈ। ਤਹਿ ਤੇ ਵਿਦਿਆ ਗੁਰੂ ਘਰ ਸਾਲ ਪੱਤਰ ਕੀ ਆਏ। ਇਹ ਜਿਹੜੀ ਸਾਲ ਪੱਤਰ ਦੀ ਜਿਹੜੀ ਵਿੱਦਿਆ ਸੀ, ਸਾਲ ਪੱਤਰ ਜ਼ਖਮਾਂ ਤੇ ਲਾਉਣਾ, ਸਾਲ ਪੱਤਰ ਵਾਲੀ ਜਿਹੜੀ ਦਵਾਈ ਸੀ, ਇਹ ਉਸ ਹਕੀਮ ਨੇ ਦੱਸੀ ਸੀ। ਕੈਸੋ ਕਾਇਲ ਵੱਡੋ ਹੋਏ ਲੱਗੇ ਤਾਹੇ ਸੁਖ ਪਾਏ। ਕਿੰਨਾ ਵੱਡਾ ਕੋਈ ਜ਼ਖਮੀ ਹੋਵੇ, ਸਾਲ ਪੱਤਰ ਉਹਦੇ ਜ਼ਖਮ ਤੇ ਲਾ ਦਿੱਤਾ ਜਾਏ ਔਰ ਉਹਨੂੰ ਸੁੱਖ ਮਹਿਸੂਸ ਹੁੰਦਾ ਹੈ, ਉਹਦਾ ਜ਼ਖਮ ਠੀਕ ਹੋ ਜਾਂਦਾ ਹੈ। ਸਿੱਖਣੀ ਮਸਤਕ ਟੇਕ ਕੈ ਪਾਏ ਕਾਮ ਨਾ ਜਾਚ। ਇਉਂ ਮਹਾਰਾਜਿਆਂ ਨੇ ਦੱਸਿਆ ਕਿ ਜੇ ਉਹ ਜ਼ਖਮੀ ਸੀ, ਜ਼ਖਮੀ ਹੋ ਕਰਕੇ ਮਰਿਆ ਹੈ, ਤਾਂ ਆਹ ਜਿਹੜੀ ਦਵਾਈ ਹੈ ਜੇ ਉਸ ਸਮੇਂ ਲਾ ਦਿੱਤੀ ਜਾਏ ਤਾਂ ਉਹ ਠੀਕ ਹੋ ਜਾਂਦਾ, ਉਹਦਾ ਜ਼ਖਮ ਰਾਜੀ ਹੋ ਜਾਂਦਾ ਹੈ। ਇਉਂ ਸਿੱਖਣੀ ਨੇ ਮਹਾਰਾਜਿਆਂ ਦੇ ਚਰਨਾਂ ਤੇ ਮੱਥਾ ਟੇਕਿਆ, ਫਿਰ ਉਹ ਵਾਪਸ ਗਈ ਹੈ। ਗਈ ਆਪਣੇ ਦੇਸ਼ ਕੋ ਜਬਤ ਰਹੀ ਗੁਰ ਸਾਚ। ਔਰ ਆਪਣੇ ਦੇਸ਼, ਆਪਣੇ ਨਗਰ ਵਾਪਸ ਜਾਂਦਿਆਂ ਜੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੱਚ ਦਾ, ਸਤਿਨਾਮ ਦਾ ਜਾਪ ਕਰਦਿਆਂ ਸੁਖ ਪ੍ਰਾਪਤ ਕੀਤਾ ਹੈ। ਨਿਤ ਪ੍ਰਤ ਗੁਰੂ ਉਪਦੇਸ਼ ਹੀ ਸੁਖ ਸਾਧਨ ਕੇ ਮੁਖ। ਸੁੱਖਾਂ ਦਾ ਸਾਧਨ, ਮੁੱਖ ਸਾਧਨ ਕੀ ਹੈ ਸੁੱਖ ਵਾਸਤੇ? ਸਤਿਗੁਰੂ ਦਾ ਉਪਦੇਸ਼। ਜੀਵਨ ਸੁਖਮਈ ਬਣਾਉਣਾ ਹੈ ਤਾਂ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ। ਗੁਰੂ ਸਾਹਿਬ ਜੀ ਨੇ ਇਹੀ ਉਪਦੇਸ਼ ਦਿੱਤਾ, ਭਾਈ ਜਿਹੜਾ ਉਪਦੇਸ਼ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ, ਗੁਰਬਚਨਾਂ ਨੂੰ ਆਪਣੇ ਹਿਰਦੇ ਅੰਦਰ ਧਾਰਨਾ ਸੁੱਖਾਂ ਦਾ ਸਾਧਨ ਹੈ। ਸਦੀਵ ਕਾਲ ਲਈ ਜੀਵਨ ਸੁਖਮਈ ਹੁੰਦਾ ਹੈ ਜਿਨੇ ਗੁਰੂ ਉਪਦੇਸ਼ ਨੂੰ ਆਪਣੇ ਜੀਵਨ ਅੰਦਰ ਕਮਾਇਆ ਹੈ। ਸੁਗਮ ਪਾਏ ਕਲਿਆਣ ਕੋ ਕਰਹਿ ਨਿਵਾਰਨ ਦੁਖ। ਸੁਖੈਣ ਤਰੀਕੇ ਦੇ ਨਾਲ ਉਹਦੀ ਮੁਕਤੀ ਹੁੰਦੀ, ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੁੰਦੀ, ਸੰਸਾਰਿਕ ਬੰਧਨਾਂ ਤੋਂ, ਜੰਜਾਲਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਦੁੱਖ ਦੀ ਨਿਵਰਤੀ ਹੁੰਦੀ ਹੈ। ਕਰੈ ਨਿਵਾਰਨ ਦੁੱਖ, ਦੁੱਖ ਨਿਵਾਰਨ ਹੋ ਜਾਂਦੇ, ਦੁੱਖਾਂ ਦੀ ਨਿਵਰਤੀ ਹੋ ਜਾਂਦੀ ਜਦੋਂ ਗੁਰੂ ਉਪਦੇਸ਼ ਤੇ ਭਰੋਸਾ ਕਰੇ, ਗੁਰਬਚਨਾਂ ਨੂੰ ਕਮਾਵੇ। ਗੁਰੂ ਸਾਹਿਬ ਜੀ ਦੇ ਬਚਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸਮਗਰ ਬਾਣੀ ਸਤਿਗੁਰਾਂ ਦਾ ਉਪਦੇਸ਼ ਹੈ, ਸਤਿਗੁਰਾਂ ਦੇ ਬਚਨ ਹਨ, ਕਿਉਂਕਿ ਧੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੋਇਆ ਇਲਹਾਮ। ਦੁਨੀਆ ਦੇ ਜਿੰਨੇ ਰਹਿਬਰ ਹੋਏ, ਜਿੰਨੇ ਗ੍ਰੰਥ ਹੋਏ, ਉਹਨਾਂ ਪੈਗੰਬਰਾਂ ਤੋਂ ਕਿੰਨਾ ਕਿੰਨਾ ਸਮਾਂ ਬਾਅਦ ਲਿਖੇ ਗਏ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਨੂੰ ਜੋ ਇਲਹਾਮ ਹੋਇਆ, ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਕੁਰਾਨ ਸ਼ਰੀਫ ਗ੍ਰੰਥ ਜਿਹੜਾ ਹੈ ਫੇਰ ਲਿਖਿਆ ਗਿਆ। ਇਹ ਉਹਨਾਂ ਦਾ ਉਪਦੇਸ਼ ਉਹਨਾਂ ਦੇ ਜਾਣ ਤੋਂ ਬਾਅਦ ਲਿਖਿਆ ਗਿਆ। ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਜੋ ਉਪਦੇਸ਼ ਦਿੱਤਾ ਹੈ, ਕ੍ਰਿਸ਼ਨ ਜੀ ਦੇ ਜਾਣ ਤੋਂ ਬਾਅਦ ਵਿੱਚ ਗੀਤਾ ਲਿਖੀ ਗਈ। ਵੇਦ ਜਿਹੜੇ ਹਨ, ਰਿਸ਼ੀ ਵਿਆਸ ਜੀ ਨੇ ਆਪਣੀ ਕਲਪਨਾ ਹੈ, ਉਹਨਾਂ ਦੇਵੀ ਦੇਵਤਿਆਂ ਬਾਰੇ
ਜੋ ਰਿਸ਼ੀ ਵਿਆਸ ਜੀ ਨੇ ਲਿਖਿਆ ਹੈ, ਜੋ ਮੰਤਰ ਉਚਾਰਨ ਕੀਤੇ ਗਏ, ਕਿੰਨਾ ਸਮਾਂ ਬਾਅਦ ਵਿੱਚ ਲਿਖੇ ਗਏ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਸਤਿਗੁਰਾਂ ਨੇ ਆਪਣੀ ਰਹਿਨਮਾਈ ਦੇ ਹੇਠ ਲਿਖਾਈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਉਹ ਪਵਿੱਤਰ ਬਾਣੀ ਜੋ ਸੱਚ ਦੀ ਕਸਵੱਟੀ ਅਨੁਸਾਰ ਮਹਾਰਾਜ ਜੀਆਂ ਨੇ ਪਰਖ ਕਰਕੇ, ਬੜੇ ਕਵੀ ਆਏ ਗੁਰੂ ਸਾਹਿਬ ਜੀਆਂ ਦੇ ਪਾਸ ਵੀ ਆਪਣੀ ਆਪਣੀ ਰਚਨਾ ਲਿਖਾਉਣ ਵਾਸਤੇ, ਔਰ ਮਹਾਰਾਜ ਜੀਆਂ ਨੇ ਪਹਿਲਾਂ ਉਹਨਾਂ ਦੇ ਪਾਸੋਂ ਬਾਣੀ ਸੁਣੀ, ਉਹਨਾਂ ਦੀ ਰਚਨਾ ਸੁਣੀ। ਜਦੋਂ ਸੱਚ ਦੀ ਕਸਵੱਟੀ ਤੇ ਨਹੀਂ ਖਰੀ ਉਤਰੀ, ਫਿਰ ਸਤਿਗੁਰਾਂ ਨੇ ਉਹ ਦਰਜ ਨਹੀਂ ਕੀਤੀ। ਔਰ ਸਤਿਗੁਰਾਂ ਨੇ ਜੋ ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ, ਆਪਣੀ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਬਾਣੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਰਹਿਨਮਾਈ ਹੇਠ ਆਪਣੇ ਮੁਖਾਰ ਬਿੰਦ ਤੋਂ, ਦਸਮ ਪਾਤਸ਼ਾਹ ਸਤਿਗੁਰਾਂ ਨੇ ਫਿਰ ਸਾਰੀ ਬਾਣੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਕੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਹੋਣਾ ਦੇ ਪਾਸੋਂ ਆਪਣੀ ਰਹਿਨਮਾਈ ਹੇਠ ਮਹਾਰਾਜ ਜੀਆਂ ਨੇ ਲਿਖਾਈ। ਇਸ ਕਰਕੇ ਜੋ ਧੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਲਹਾਮ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੁਰੋਂ ਬਾਣੀ ਆਈ, ਜਿਹੜਾ ਬਾਣੀ ਪੜ੍ਹੇ, ਬਾਣੀ ਜਪੇ, ਬਾਣੀ ਤੇ ਭਰੋਸਾ ਕਰੇ। ਗੁਰੂ ਉਪਦੇਸ਼ ਹੈ ਸਤਿਗੁਰਾਂ ਦੀ ਪਵਿੱਤਰ ਬਾਣੀ, ਦੁੱਖਾਂ ਦੀ ਨਿਵਰਤੀ ਕਰਨ ਵਾਲੀ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਜੋ ਸਤਿਗੁਰਾਂ ਦੇ ਬਚਨਾਂ ਤੇ ਜਿਹੜਾ ਭਰੋਸਾ ਕਰਦਾ ਹੈ, ਉਹਦੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਸੂਖਮ ਮਤ ਨਹਿ ਪੜਨ ਮਹਿ ਤਿਮਹੀ ਸ਼ਰਵਨ ਮਜਾਰ। ਪੜਨ ਵਾਸਤੇ ਸੂਖਮ ਮਤ, ਕਿਉਂਕਿ ਇਕਾਗਰਤਾ ਚਾਹੀਦੀ ਹੈ ਗੁਰੂ ਉਪਦੇਸ਼ ਨੂੰ ਪੜਨ ਵਾਸਤੇ, ਜਾਣਨ ਵਾਸਤੇ। ਇਸੇ ਤਰ੍ਹਾਂ ਸੁਣਨ ਵਾਸਤੇ ਵੀ ਇਕਾਗਰਤਾ ਚਾਹੀਦੀ ਹੈ। ਜਦੋਂ ਅਸੀਂ ਪੜ੍ਹਨਾ ਹੈ, ਜੋ ਪੜ੍ਹ ਰਹੇ ਹਾਂ, ਇਕਾਗਰਤਾ ਸਹਿਤ ਉਹਨੂੰ ਸੁਣਨ ਵਾਸਤੇ ਔਰ ਪੜ੍ਹਨ ਵਾਸਤੇ ਇਕਾਗਰਤਾ ਸੂਖਮ ਮਤ ਚਾਹੀਦੀ ਹੈ। ਕਰਨ ਜੰਗ ਤਿਨ ਪ੍ਰਤ ਕਹੈ, ਸੁਰਪੁਰ ਬਸਹਿ ਜੁਝਾਰ। ਔਰ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਆਪਣਾ ਆਪਾ ਕੁਰਬਾਨ ਕੀਤਾ ਹੈ ਔਰ ਸੁਖੈਨ ਤਰੀਕੇ ਦੇ ਨਾਲ, ਫਿਰ ਉਹਨਾਂ ਨੂੰ ਇਹ ਪਰਮ ਗਤੀ ਪ੍ਰਾਪਤ ਹੁੰਦੀ ਹੈ। ਪੀਠ ਦੇਨ ਕਰ ਪ੍ਰਾਨ ਪ੍ਰੀਯ, ਕਾਤੁਰ ਸ਼ੁਭ ਮਤ ਹੀਨ। ਔਰ ਜਿਹੜਾ ਜੰਗ ਦਾ ਮੈਦਾਨ ਦੇਖ ਕੇ ਪਿੱਠ ਦਿਖਾ ਜਾਏ, ਉਹਨੂੰ ਕਾਇਰ ਕਿਹਾ ਜਾਂਦਾ ਹੈ। ਉਹ ਕਾਤੁਰ ਹੈ, ਕਾਇਰ ਹੈ ਔਰ ਸ਼੍ਰੇਸ਼ਟ ਮਤ ਤੋਂ ਹੀਣਾ ਹੈ। ਜਿਹਦੀ ਸ਼੍ਰੇਸ਼ਟ ਮਤ ਹੈ, ਉਹ ਤਾਂ ਜੰਗ ਦੇ ਮੈਦਾਨ ਵਿੱਚ ਡਟੇਗਾ। ਸੂਰ ਕੇ ਸਨਮੁਖ ਰਣ ਤੇ ਡਰ ਪੈ। ਸੂਰਮਾ ਕੀ, ਜਿਹੜਾ ਸਾਹਮਣੇ ਰਣ ਦੇਖ ਕੇ, ਮੈਦਾਨ ਦੇਖ ਕੇ ਡਰ ਜਾਏ। ਕਹਿਣ ਲੱਗੇ ਉਹਨੂੰ ਸੂਰਮਾ ਨਹੀਂ ਕਿਹਾ ਜਾਂਦਾ। ਮਹਾਰਾਜ ਜੀ ਕਹਿੰਦੇ ਉਹ ਤਾਂ ਕਾਇਰ ਹੈ, ਜਿਹੜਾ ਪਿੱਠ ਦੇ ਕੇ ਭੱਜ ਜਾਂਦਾ ਹੈ, ਕਿਉਂਕਿ ਉਹਦੇ ਕੋਲ ਸ਼ੁਭ ਮਤ ਨਹੀਂ ਹੁੰਦੀ, ਉਹ ਸ਼ੁਭ ਮਤ ਤੋਂ ਹੀਣਾ ਹੈ। ਆਪ ਭਲਾਵੇ ਕਪਰ ਕੇ, ਧੀਰਜ ਕਰਤਾ ਛੀਨ। ਜਿੱਥੇ ਆਪ ਭੱਜ ਜਾਂਦਾ ਉਹ ਫਿਰ ਦੂਸਰਿਆਂ ਦੀ ਵੀ ਧੀਰਜ ਜਿਹੜੀ ਹੈ ਉਹ ਗਵਾ ਦਿੰਦਾ। ਜਦੋਂ ਇੱਕ ਦਾ ਸਾਹਸਹੀਣ ਹੋ ਜਾਏ, ਦੇਖ ਕਰਕੇ ਜੰਗ ਦਾ ਮੈਦਾਨ, ਇੱਕ ਡਰ ਜਾਏ, ਉਹਦੇ ਪਿੱਛੇ ਫਿਰ ਕਈ ਡਰ ਜਾਂਦੇ। ਜਿਵੇਂ ਦੁਨੀ ਚੰਦ ਮਹਾਰਾਜ ਜੀ ਕਹਿੰਦੇ ਸੀ ਵੀ ਮਸਤ ਹਾਥੀ ਦੇ ਨਾਲ ਸਾਡਾ ਦੁਨੀ ਚੰਦ ਲੜੇਗਾ। ਦੁਨੀ ਚੰਦ ਕਾਇਰ ਹੋ ਗਿਆ। ਦੁਨੀ ਚੰਦ ਦੇ ਨਾਲ 4-5 ਜਣੇ ਜਿਹੜੇ ਹੋਰ ਕਾਇਰ ਹੋ ਗਏ, ਉਹ ਵੀ ਡਰ ਗਏ। ਦੁਨੀ ਚੰਦ ਨੇ ਕਿਲੇ ਦੀ ਕੰਧ ਟੱਪੀ, ਡਿੱਗਿਆ, ਲੱਤ ਟੁੱਟ ਗਈ। ਘਰ ਵਿੱਚ ਜਾਂਦਿਆਂ ਉਹਦੀ ਮੌਤ ਹੋ ਗਈ। ਇਸ ਤਰ੍ਹਾਂ ਇੱਕ ਕਾਇਰ ਹੋਇਆ, ਉਹਦੇ ਨਾਲ ਫਿਰ ਜਿਹੜੇ ਜਾਂਦੇ ਹਨ ਉਹ ਵੀ ਧੀਰਜ ਗਵਾ ਦਿੰਦੇ ਹਨ। ਉਹ ਪਾਪਨ ਫਲ ਭੋਗਤਾ, ਪਰ ਨਰਕ ਮਹਿ ਸੋਏ। ਫਿਰ ਬਹੁਤ ਪਾਪਾਂ ਦਾ ਫਲ ਜਿਹੜਾ ਹੈ ਉਹ ਭੋਗਦਾ ਹੈ। ਦੁਖੀ ਹੋ ਕਰਕੇ ਆਵਾ ਗਾਉਣ ਦੇ ਚੱਕਰ ਵਿੱਚ ਪੈਂਦਾ ਹੈ। ਪਾਏ ਭਾਂਜ ਨਿਜ ਭਾਜ ਕੈ, ਧਰਮ ਪ੍ਰਹਾਰੀ ਹੋਏ। ਕਹਿਣ ਲੱਗੇ ਫਿਰ ਉਹ ਧਰਮ ਦਾ ਪ੍ਰਹਾਰ ਕੀਤਾ ਉਹਨੇ। ਇਹ ਵਾਰ ਜਿਹੜਾ ਹੈ,
ਜਿਹੜਾ ਜੰਗ ਦੇ ਮੈਦਾਨ ਵਿੱਚੋਂ ਭੱਜ ਗਿਆ, ਧਰਮੀ ਨਹੀਂ ਹੈ। ਇਹ ਉਹਨੇ ਧਰਮ ਤੇ ਵਾਰ ਕੀਤਾ, ਧਰਮ ਪ੍ਰਹਾਰੀ ਹੋਇਆ ਹੈ। ਜੰਗ ਵਿਖੈ ਲਹਿ ਸੰਗ ਦਿਓ, ਸੰਗ ਜਿਰਹਿ ਪਿਛਾਰ। ਜੰਗ ਦੇ ਮੈਦਾਨ ਵਿੱਚ ਰਹਿੰਦਿਆਂ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਰਹਿ ਕਰਕੇ ਜੰਗ ਲੜਨਾ ਔਰ ਜੰਗ ਤੋਂ ਪਿੱਛੇ ਨਹੀਂ ਹਟਣਾ। ਯੋਧਾ ਅਗਰ ਵਧੈ ਅਧਿਕ, ਨਿਰਭੈ ਧੀਰਜ ਧਾਰ। ਜਿਹੜਾ ਯੋਧਾ ਹੈ, ਸੂਰਮਾ ਹੈ, ਉਹ ਅੱਗੇ ਵੱਧਦਾ ਹੈ ਔਰ ਉਹਦੇ ਹਿਰਦੇ ਅੰਦਰ ਧੀਰਜ ਹੈ, ਉਹਦੇ ਹਿਰਦੇ ਅੰਦਰ ਅਡੋਲਤਾ ਹੈ। ਸੂਰਮਾ ਡਰਦਾ ਨਹੀਂ, ਸੂਰਮੇ ਦੇ ਹਿਰਦੇ ਅੰਦਰ ਧੀਰਜ ਹੈ, ਅਡੋਲਤਾ ਹੈ। ਧੀਰਜ ਧਾਰ ਕੇ ਉਹ ਅੱਗੇ ਵੱਧਦਾ ਹੈ। ਉੱਤਮ ਮੱਧਮ ਅਦਮ ਹੈ, ਜੋਧਾ ਤੀਨ ਪ੍ਰਕਾਰ। ਸੂਰਮੇ ਦੇ ਜਿਹੜੇ 3 ਗੁਣ ਹਨ, 3 ਪ੍ਰਕਾਰ ਦੇ ਯੋਧੇ ਹਨ। ਇੱਕ ਉੱਤਮ ਹਨ, ਇੱਕ ਮੱਧਮ ਹਨ, ਇੱਕ ਅਦਮ ਹਨ। ਕਹਿਣ ਲੱਗੇ ਇਹਨਾਂ ਦੇ 3 ਪ੍ਰਕਾਰ ਹਨ। ਅਭਿਆਸੈ ਸ਼ਸਤਰ ਹਤਨ, ਨਿਤ ਪ੍ਰਤਿਬਾਰੰਬਾਰ। ਸ਼ਾਸਤਰਾਂ ਦਾ ਅਭਿਆਸ ਕਰਦਾ ਹੈ। ਜਿਹੜੇ ਸ਼ਾਸਤਰ ਜੰਗ ਦੇ ਮੈਦਾਨ ਵਿੱਚ ਵਰਤੇ ਜਾਂਦੇ, ਉਹਨਾਂ ਸ਼ਾਸਤਰਾਂ ਦਾ ਨਿਤਾ ਪ੍ਰਤੀ ਹਰ ਰੋਜ਼ ਸੂਰਮਾ ਅਭਿਆਸ ਕਰਦਾ ਹੈ। ਇਕ ਜੰਗ ਲੜਤਾਰ ਹੈ, ਬਾਮ ਦਾਹਨੇ ਹੋਏ। ਜੰਗ ਦੇ ਮੈਦਾਨ ਵਿੱਚ ਟਿਕ ਕੇ ਲੜਦਾ ਹੈ, ਪੈਰ ਜਮਾ ਕਰਕੇ ਲੜਨਾ, ਸੱਜੇ ਖੱਬੇ ਹੋਣਾ, ਇਹ ਸੂਰਮੇ ਦਾ ਕਰਮ ਹੈ। ਸਨਮੁਖ ਹਦੈ ਗਹੀਲ ਮੈਂ, ਸ਼ਤਰ ਬਿਨਾਸੈ ਜੋਏ। ਸਨਮੁਖ ਹੋ ਕਰਕੇ ਸ਼ਤਰੂ ਨੂੰ ਮਾਰਨਾ, ਜਾਂ ਫਿਰ ਇੱਧਰ ਉੱਧਰ ਜਦੋਂ ਸ਼ਤਰੂ ਜਾਂਦਾ ਹੈ ਹੱਲਾ ਕਰਕੇ ਸ਼ਤਰੂ ਤੇ ਵਾਰ ਕਰਨਾ। ਕਹਿਣ ਲੱਗੇ ਇਹ ਸੂਰਮੇ ਦਾ ਕਰਮ ਹੈ, ਸ਼ਤਰੂ ਦਾ ਵਿਨਾਸ਼ ਕਰਨਾ, ਸ਼ਤਰੂ ਦਾ ਸ਼ਿੰਗਾਰ ਕਰਨਾ। ਇਕੇ ਜੰਗ ਮਹਿ ਅਗਰਵਦ, ਮਾਰੈ ਰਿਪ ਕੋ ਤਾਏ। ਜੰਗ ਦੇ ਮੈਦਾਨ ਵਿੱਚ ਟਿਕੇ ਔਰ ਸ਼ਤਰੂ ਨੂੰ ਅੱਗੇ ਵੱਧ ਕਰਕੇ ਮਾਰੇ। ਮੱਧਮ ਜੋਧਾ ਜਾਨੀਏ, ਪਰ ਦਲ ਦੇ ਚਲਾਏ। ਔਰ ਦੂਸਰੇ ਦਲ ਨੂੰ ਜਿਹੜਾ ਭਜਾ ਦੇ, ਕਹਿਣ ਲੱਗੇ ਇਹਨੂੰ ਮੱਧਮ ਯੋਧਾ ਕਿਹਾ ਜਾਂਦਾ ਹੈ। ਨਿਤਾ ਪ੍ਰਤੀ ਸ਼ਾਸਤਰਾਂ ਦਾ ਅਭਿਆਸ ਕਰਨਾ, ਧੀਰਜ ਦੇ ਨਾਲ ਜੰਗ ਦੇ ਮੈਦਾਨ ਵਿੱਚ ਡਟਣਾ ਔਰ ਸਾਹਮਣੇ ਹੋ ਕਰਕੇ, ਸੱਜੇ ਖੱਬੇ ਹੋ ਕਰਕੇ ਦੁਸ਼ਮਣ ਦਾ ਸੰਘਾਰ ਕਰਨਾ। ਕਹਿਣ ਲੱਗੇ ਦੁਸ਼ਮਣ ਦੇ ਦਲ ਨੂੰ ਭਜਾ ਦੇਣਾ, ਇਹ ਮੱਧਮ ਯੋਧੇ ਦਾ ਕਰਮ ਹੈ। ਭਜ ਪਰ ਦਲ ਦੇਖ ਕੈ, ਦੇ ਤ੍ਰਿਤ ਸਭਨ ਹਟਾਏ। ਔਰ ਜਿਹੜਾ ਪਰਾਏ ਦਲ ਨੂੰ ਦੇਖ ਕਰਕੇ ਭੱਜ ਜਾਏ ਔਰ ਦੂਸਰਿਆਂ ਦੀ ਧੀਰਜ ਜਿਹੜੀ ਹੈ ਉਹ ਹਿਰਦੇ ਅੰਦਰੋਂ ਹਟਾ ਦੇ। ਫਿਰੈ ਆਪ ਰਿਪ ਸਮੁਖ ਹੱਥ, ਉੱਤਮ ਲਖੋ ਸੁਭਾਏ। ਇੱਕ ਸੂਰਮਾ ਉਹ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਫਿਰਦਾ ਹੈ, ਸਾਹਮਣੇ ਦੁਸ਼ਮਣ ਹੈ ਔਰ ਸਾਹਮਣੇ ਡਟ ਕੇ ਖੜਾ ਹੈ ਜੰਗ ਦੇ ਮੈਦਾਨ ਵਿੱਚ। ਕਹਿਣ ਲੱਗੇ ਇਸ ਸੂਰਮੇ ਦਾ ਸੁਭਾਅ ਜਿਹੜਾ ਹੈ ਇਹ ਉੱਤਮ ਹੈ, ਇਸ ਸੂਰਮੇ ਨੂੰ ਉੱਤਮ ਜਾਣਨਾ ਕਰੋ। ਦਲ ਭਲਾਏ ਧਰ ਤਰਾਸ ਕੋ, ਟਿਕਹਿ ਨ ਪਾਏ ਜਮਾਏ। ਸਾਹਮਣੇ ਜਿਹੜਾ ਦਲ ਹੈ ਸੂਰਮੇ ਦਾ ਤਰਾਸ ਧਰ ਕੇ ਭੱਜ ਜਾਏ, ਸਾਹਮਣੇ ਵਾਲਾ ਦਲ ਜਿਹੜਾ ਹੈ ਉਹ ਟਿਕੇ ਨਾ ਜੰਗ ਦੇ ਮੈਦਾਨ ਅੰਦਰ। ਦੁਸ਼ਤਰ ਤਿਨਹੁ ਬਹੋਰਨਾ, ਜਿਮ ਜਲ ਹੜਕੋ ਜਾਏ। ਔਰ ਫਿਰ ਜਿਹੜਾ ਭੱਜ ਗਿਆ ਜੰਗ ਦੇ ਮੈਦਾਨ ਵਿੱਚ, ਉਹਨਾਂ ਨੂੰ ਵਾਪਸ ਮੋੜਨਾ ਬੜਾ ਔਖਾ ਹੋ ਜਾਂਦਾ। ਜਿਹੜੇ ਡਰ ਕੇ ਭੱਜ ਗਏ, ਦੁਸ਼ਤਰ ਹੈ ਤਿਨਾਂ ਨੂੰ ਦੁਬਾਰਾ ਇਕੱਠਾ ਕਰਨਾ। ਜਿਵੇਂ ਕਹਿੰਦੇ ਜਲ ਜਿਹੜਾ ਹੈ ਹੜ੍ਹ ਦਾ ਪਾਣੀ ਹੈ, ਹੜ੍ਹ ਦੇ ਪਾਣੀ ਨੂੰ ਰੋਕਣਾ ਬੜਾ ਔਖਾ ਹੋ ਜਾਂਦਾ ਹੈ। ਮ੍ਰਿਗ ਗਲ ਥੰਬੈ ਨ ਪਾਜਤੇ, ਤਿਮ ਭਲਾਏ ਭੋਜੰਗ। ਮਿਰਗਾਂ ਦੀ ਡਾਰ ਜਿਹੜੀ ਹੈ ਉਹਨਾਂ ਨੂੰ ਰੋਕਣਾ ਬੜਾ ਔਖਾ ਹੋ ਜਾਂਦਾ ਹੈ। ਮਿਰਗਾਂ ਦੀ ਡਾਰ ਭੱਜੀ ਜਾਂਦੀ ਹੋਵੇ, ਕਹਿਣ ਲੱਗੇ ਫਿਰ ਉਹ ਰੁਕਦੀ ਨਹੀਂ। ਇਸੇ ਤਰ੍ਹਾਂ
ਜਿਹੜੇ ਜੰਗ ਦੇ ਮੈਦਾਨ ਵਿੱਚੋਂ ਡਰ ਕੇ ਭੱਜ ਜਾਂਦੇ ਹਨ। ਤਬ ਧੀਰਜ ਧਰ ਹੋਏ ਕਰੋ ਜਿਮਰਨ ਥੰਬਨ ਸੰਗ। ਪਰ ਜਿਹੜਾ ਉੱਤਮ ਸੂਰਮਾ ਹੈ, ਹਿਰਦੇ ਅੰਦਰ ਧੀਰਜ ਧਾਰਨ ਕਰਕੇ ਜਿਵੇਂ ਥੰਬੀ ਖੜੀ ਹੈ, ਕਹਿਣ ਲੱਗੇ ਥੰਬੀ ਦੀ ਤਰ੍ਹਾਂ ਇਹ ਜੰਗ ਦੇ ਮੈਦਾਨ ਵਿੱਚ ਨਿਸੰਗ ਹੋ ਕਰਕੇ ਟਿਕਦਾ ਹੈ। ਕਰਹਿ ਵਾਰ ਤਬ ਆਪਨੇ ਰਿਪਤੇ ਸਹਿ ਕੈ ਅੰਗ। ਦੁਸ਼ਮਣ ਦਾ ਵਾਰ ਆਪਣੇ ਅੰਗ ਤੇ ਸਹਿੰਦਾ ਹੈ ਔਰ ਫਿਰ ਆਪਣਾ ਵਾਰ ਕਰਦਾ ਹੈ। ਖਰੇ ਕਰੇ ਭਟ ਸੰਗ ਕੈ ਰੋਕੈ ਸ਼ਤਰੁਨ ਜੰਗ। ਨਾਲ ਦੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚ ਖੜੇ ਕੀਤਾ ਹੈ ਔਰ ਸ਼ਤਰੂ ਦੇ ਜੰਗ ਨੂੰ ਰੋਕਦਾ ਹੈ। ਭਏ ਭਲਾਇਨ ਵੀਰ ਜੀ ਜੋ ਰੋਕੈ ਧਰ ਧੀਰ। ਔਰ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚੋਂ ਭੱਜ ਰਹੇ ਹਨ, ਕਹਿਣ ਲੱਗੇ ਫਿਰ ਉਹਨਾਂ ਵੀਰ ਬਹਾਦਰ ਯੋਧਿਆਂ ਨੂੰ ਰੋਕਣਾ ਕਿ ਟਿਕ ਕੇ ਜੰਗ ਲੜਨਾ ਕਰੋ, ਉਹਨਾਂ ਨੂੰ ਹੱਲਾਸ਼ੇਰੀ ਦੇਣੀ, ਉਹਨਾਂ ਦੇ ਹਿਰਦੇ ਅੰਦਰ ਧੀਰਜ ਬਣਾਉਣੀ। ਫਲ ਪ੍ਰਾਪਤ ਅਸਮੇਧ ਕੋ ਉੱਤਮ ਸੂਰ ਅਭੀਰ। ਕਹਿੰਦੇ ਉਹਨੂੰ ਅਸ਼ਮੇਧ ਜੰਗ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਹੁੰਦਾ ਹੈ ਔਰ ਉਹ ਉੱਤਮ ਸੂਰਮਾ ਹੈ। ਐਸੇ ਸੂਰਮੇ ਨੂੰ ਉੱਤਮ ਗਿਣਿਆ ਜਾਂਦਾ ਹੈ। ਪਟਣ ਤੇ ਪਰਵਾਰਿਓ ਮਾਰਹਿ ਸਹਿ ਪ੍ਰਹਾਰ। ਸੂਰਮਿਆਂ ਤੋਂ ਉੱਪਰ ਦੀ ਹੋ ਕਰਕੇ, ਸਭਨਾਂ ਤੋਂ ਮੂਹਰੇ ਹੋ ਕਰਕੇ ਦੁਸ਼ਮਣ ਨੂੰ ਮਾਰਦਾ ਹੈ, ਆਪਣੇ ਤਨ ਤੇ ਵਾਰ ਸਹਿੰਦਾ ਹੈ। ਪਹੁੰਚੈ ਅਠੈ ਸੁਲੋਕ ਮਹਿ ਤਨ ਕਲੰਕ ਸਭ ਡਾਰ। ਉਹਦੇ ਤਨ ਦਾ ਜਿਹੜਾ ਕਲੰਕ ਹੈ ਸਭ ਲੈ ਜਾਂਦਾ ਹੈ ਔਰ ਸਵੈ ਲੋਕ ਦਾ ਵਾਸੀ ਹੋ ਜਾਂਦਾ ਹੈ। ਸਵੈ ਲੋਕ ਦੀ ਮੁਕਤੀ ਉਹਨੂੰ ਪ੍ਰਾਪਤ ਹੁੰਦੀ ਹੈ। ਕਹੈ ਕਲੀਵ ਨ ਬਾਕ ਕੋ ਵਿਆਕੁਲ ਹੋਏ ਨ ਜੋਏ। ਕਹਿਣ ਲੱਗੇ ਐਸੇ ਸੂਰਮੇ ਨੂੰ ਫਿਰ ਕੋਈ ਵੀ ਇੱਕ ਵਾਕ ਹੈ ਜੋ ਕਹਿੰਦੇ ਕਿਹਾ ਜਾਂਦਾ ਹੈ ਸਾਰੀ ਸੈਨਾ ਦੇ ਵਿੱਚੋਂ ਵੀ ਇਹ ਜੰਗ ਦਾ ਮੈਦਾਨ ਛੱਡ ਕੇ ਚਲਿਆ ਗਿਆ। ਐਸੇ ਸੂਰਮੇ ਨੂੰ ਫਿਰ ਇਸ ਤਰ੍ਹਾਂ ਦਾ ਕੋਈ ਬਚਨ ਨਹੀਂ ਕਰਦਾ ਔਰ ਨਾ ਹੀ ਉਹ ਕਦੇ ਵਿਆਕੁਲ ਹੁੰਦਾ ਜੰਗ ਦੇ ਮੈਦਾਨ ਵਿੱਚ ਖੜਾ। ਬੜੀ ਧੀਰਜ ਦੇ ਨਾਲ, ਬੜੇ ਸਾਹਸ ਦੇ ਨਾਲ ਉਹ ਜੰਗ ਦੇ ਮੈਦਾਨ ਵਿੱਚ ਡਟਦਾ ਹੈ। ਅਸਤਰ ਸ਼ਸਤਰ ਕੋ ਨਹਿ ਗਣੈ ਮਾਰਨ ਮਹਿਰਿਸ ਹੋਏ। ਔਰ ਅਸਤਰ ਸ਼ਸਤਰ ਜਿਹੜੇ ਚਲਾਉਂਦਾ ਹੈ, ਚਲਾਉਣ ਲੱਗਿਆ ਕਹਿਣ ਲੱਗੇ ਕਦੇ ਵੀ ਹਿਰਦੇ ਅੰਦਰ ਉਹ ਗਿਣਤੀ ਨਹੀਂ ਕਰਦਾ ਵੀ ਕਿੰਨੇ ਕੁ ਚੱਲ ਗਏ, ਮੈਂ ਕਿੰਨੇ ਕੁ ਵਾਰ ਕੀਤੇ ਹਨ। ਫਿਰ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਉਹ ਅਣਗਿਣਤ ਪ੍ਰਹਾਰ ਕਰਦਾ ਹੈ। ਗਨੇ ਮਾਰਨ ਮਹਿ ਰਿਸ ਹੋਏ। ਫਿਰ ਕਹਿਣ ਲੱਗੇ ਜੰਗ ਦੇ ਮੈਦਾਨ ਵਿੱਚ ਸ਼ਸਤਰਾਂ ਦਾ ਪ੍ਰਹਾਰ ਕਰਦਿਆਂ, ਵਾਰ ਕਰਦਿਆਂ, ਦੁਸ਼ਮਣ ਨੂੰ ਮਾਰਦਿਆਂ ਹਿਰਦੇ ਅੰਦਰ ਫਿਰ ਰੋਸ ਪੈਦਾ ਹੁੰਦਾ ਹੈ, ਮਨ ਦੇ ਵਿੱਚ ਜੋਸ਼ ਆਉਂਦਾ ਹੈ। ਮਰਨ ਵਿਖੈ ਨਿਸ਼ਚੈ ਜਿਸੈ ਰਣ ਪ੍ਰਿਯ ਧੀਰ ਸਮੇਤ। ਔਰ ਮਰਨ ਦਾ ਚਾਉ ਰਹਿੰਦਾ, ਨਿਸ਼ਚੈ ਹੀ ਉਹਨੇ ਇਹ ਵਿਸ਼ਵਾਸ ਹੈ ਮਨ ਦੇ ਵਿੱਚ ਕਿ ਜਦੋਂ ਜੰਗ ਦੇ ਮੈਦਾਨ ਵਿੱਚ ਆ ਗਏ ਫਿਰ ਤਾਂ ਹੁਣ ਮਰਨ ਦੀ ਪਰਵਾਹ ਨਹੀਂ, ਨਿਸ਼ਚਾ ਹੈ ਕਿ ਹੁਣ ਮੌਤ ਅਵਸ਼ਯ ਹੈ। ਇਸ ਕਰਕੇ ਉਹਨੇ ਜੰਗ ਦੇ ਮੈਦਾਨ ਨੂੰ ਪਿਆਰਾ ਬਣਾਇਆ, ਜੰਗ ਦੇ ਮੈਦਾਨ ਨਾਲ ਪਿਆਰ ਕੀਤਾ, ਧੀਰਜ ਸਮੇਤ ਜੰਗ ਦੇ ਮੈਦਾਨ ਵਿੱਚ ਲੜਿਆ ਹੈ। ਪਿਆਰੇ ਕਰੈ ਨ ਪ੍ਰਾਨ ਕੋ ਲੜੈ ਧਰਮ ਕੀ ਹੇਤ। ਫਿਰ ਉਹ ਆਪਣੇ ਪ੍ਰਾਣਾਂ ਨੂੰ ਪਿਆਰੇ ਨਹੀਂ ਜਾਣਦਾ, ਪ੍ਰਾਣ ਤਾਂ ਫਿਰ ਉਹ ਨਸ਼ਾਵਰ ਕਰ ਦਿੰਦਾ ਔਰ ਬੜੀ ਧੀਰਜ ਦੇ ਨਾਲ ਲੜਦਾ ਹੈ। ਧਰਮ ਹਿੱਤ ਲੜੈ ਧਰਮ ਕੇ ਹੇਤ, ਧਰਮ ਯੁੱਧ ਦੇ ਵਿੱਚ ਧਰਮ ਹੇਤ ਲੜਦਾ ਹੈ। ਚਮੂ ਵਿਊਹ ਕੇ ਅਕਰ ਮੈਂ ਠਹਿਰਾਵੈ ਪਰ ਵੀਰ। ਸਾਹਮਣੇ ਸੈਨਾ ਹੋਵੇ, ਫੌਜ ਹੋਵੇ ਔਰ ਅੱਗੇ ਜਾ ਕੇ ਠਹਿਰਨਾ ਇਹ ਬਹਾਦਰ ਵੀਰ ਯੋਧੇ ਦਾ ਕਰਮ ਹੈ।
ਹੋਏ ਜੋਦਾ ਇੱਕ ਜੋਰ ਕੇ, ਵਿੱਚ ਤੇ ਭਜੈ ਨ ਭੀਰ। ਜੋਧਾ ਹੋ ਕਰਕੇ ਕਹਿਣ ਲੱਗੇ ਵਿੱਚ ਜਾ ਕੇ ਮੈਦਾਨ ਦੇ ਖੜਦਾ ਹੈ, ਫਿਰ ਉਹ ਭੱਜਦਾ ਨਹੀਂ ਹੈ। ਮੁਖ ਲੱਛਣ ਇਹ ਜੀਤ ਕੋ, ਹੀਏ ਹਰਖ ਭਟ ਹੋਏ। ਜਿੱਤ ਦਾ ਮੁੱਖ ਲੱਛਣ ਇਹ ਹੈ ਕਿ ਸੂਰਮੇ ਦੇ ਹਿਰਦੇ ਅੰਦਰ ਚਾਉ ਹੋਵੇ, ਖੁਸ਼ੀ ਹੋਵੇ ਜੰਗ ਦੇ ਮੈਦਾਨ ਵਿੱਚ ਜਾਣ ਵਾਸਤੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਿਆਰੇ ਜੰਗ ਦੇ ਮੈਦਾਨ ਵਿੱਚ ਜੂਝਣ ਦਾ ਚਾਉ ਹੈ। ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਆ ਕੇ ਆਗਿਆ ਮੰਗਦੇ ਸਤਿਗੁਰਾਂ ਦੇ ਪਾਸੋਂ, ਜਿੱਥੇ ਨਾਲ ਦੇ ਸਿੰਘ 10 ਲੱਖ ਦੀ ਫੌਜ ਵਿੱਚ ਜਾ ਕਰਕੇ ਸ਼ਹਾਦਤ ਦਾ ਜਾਮ ਪੀ ਰਹੇ। ਇੱਕ ਪਾਸੇ 10 ਲੱਖ ਦੀ ਫੌਜ ਹੈ। ਗੁਰਦੁਆਰਾ ਸ੍ਰੀ ਚੌਂਤਾ ਸਾਹਿਬ ਜਿੱਥੇ ਅਸਥਾਨ ਬਣਿਆ ਹੋਇਆ ਚੌਂਤਾ ਕਾਲਜ, ਉੱਥੋਂ ਤੱਕ ਧੰਨ ਬਾਬਾ ਅਜੀਤ ਸਿੰਘ ਜੀ ਲੜਦੇ ਹੋਏ, ਜਿੱਥੇ ਬਾਬਾ ਅਜੀਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਉੱਥੋਂ ਨੇੜੇ ਹੀ ਹੈ ਨਗਰ ਚੌਂਤਾ। ਕਿੱਥੇ ਤੱਕ ਜਿਹੜੀ 10 ਲੱਖ ਦੀ ਫੌਜ ਖੜੀ ਹੋਣੀ, ਘੇਰਾ ਜਿਹੜਾ ਹੈ ਕਿੱਥੋਂ ਤੱਕ ਹੋਏਗਾ। ਹੁਣ 10 ਲੱਖ ਦੀ ਫੌਜ ਦੀ ਜਿਹੜੀ ਕਤਾਰ ਹੈ, ਕਿੰਨੀਆਂ ਲੰਮੀਆਂ ਲੰਮੀਆਂ ਕਤਾਰਾਂ ਖੜੀਆਂ ਹੋਣਗੀਆਂ, ਔਰ ਸਾਹਮਣੇ 5 ਸਿੰਘਾਂ ਨੇ ਜਾਣਾ 10 ਲੱਖ ਦੇ ਵਿੱਚ, ਔਰ 5 ਸਿੰਘਾਂ ਦਾ ਜਥਾ 10 ਲੱਖ ਦੀ ਫੌਜ ਹੈ ਸਾਹਮਣੇ। ਕਿੰਨਾ ਕੁ ਆਤਮਿਕ ਬਲ ਹੋਏਗਾ ਸੂਰਮਿਆਂ ਦੇ ਅੰਦਰ। ਨਹੀਂ ਤਾਂ 10 ਲੱਖ ਦੀ ਫੌਜ ਨੂੰ ਸਾਹਮਣੇ ਦੇਖ ਕਰਕੇ ਸੂਰਮਾ ਡਰ ਜਾਂਦਾ, ਜੰਗ ਦੇਖ ਕੇ ਭੱਜ ਜਾਣਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਿਆਰੇ, ਔਰ ਕਿੰਨੇ ਦਿਨਾਂ ਤੋਂ ਭੁੱਖੇ ਸਨ, ਵਸਤਰ ਉਹਨਾਂ ਦੇ ਭਿੱਜੇ ਹੋਏ, ਕੜਾਕੇ ਦੀ ਠੰਡ ਹੈ, ਫਿਰ ਵੀ ਆਤਮਿਕ ਬਲ ਇੰਨਾ ਹੈ ਕਿ 10 ਲੱਖ ਨੂੰ ਚੀਰਦੇ ਹੋਏ ਜਿੱਥੋਂ ਤੱਕ ਜਾਂਦੇ ਨੇ, ਵਿੱਚ ਜਾ ਕਰਕੇ ਸ਼ਹਾਦਤ ਦਾ ਜਾਮ ਪੀਤਾ। ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਜਦੋਂ ਸਤਿਗੁਰੂ ਜੀ ਤੋਂ ਆਗਿਆ ਮੰਗਦੇ, ਮਹਾਰਾਜ ਜੀਆਂ ਨੇ ਖੁਸ਼ੀ ਖੁਸ਼ੀ ਧੰਨ ਬਾਬਾ ਅਜੀਤ ਸਿੰਘ ਦੇ ਸਿਰ ਤੇ ਹੱਥ ਰੱਖਿਆ, ਥਾਪੜਾ ਦਿੱਤਾ, ਔਰ 5 ਸਿੰਘਾਂ ਦਾ ਜਥਾ ਲੈ ਕਰਕੇ ਜੰਗ ਦੇ ਮੈਦਾਨ ਵਿੱਚ ਜੂਝੇ ਹਨ। ਆਖਰੀ ਦਮ ਤੱਕ ਲੜਦੇ, ਕਿੰਨੇ ਕੁ ਸਰੀਰ ਤੇ ਫੱਟ ਵੱਜੇ, ਔਰ ਅਖੀਰਲੇ ਦਮ ਤੱਕ ਲੜਦਿਆਂ ਹੋਇਆ ਸ਼ਹਾਦਤ ਦਾ ਜਾਮ ਪੀਤਾ। 10 ਲੱਖ ਦੇ ਵਿੱਚੋਂ ਹਰ ਕੋਈ ਚਾਹੁੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦਾ ਪੁੱਤਰ ਹੈ, ਮੇਰਾ ਵਾਰ ਇਹਦੇ ਤੇ ਹੋਣਾ ਚਾਹੀਦਾ, ਮੇਰੇ ਸ਼ਸਤਰ ਦੁਆਰਾ ਇਹਦੀ ਮੌਤ ਹੋਣੀ ਚਾਹੀਦੀ। ਹਰ ਇੱਕ ਆ ਕਰਕੇ ਵਾਰ ਕਰਨਾ ਚਾਹੁੰਦਾ, ਪ੍ਰਹਾਰ ਕਰਨਾ ਚਾਹੁੰਦਾ। ਸੂਰਮੇ ਦੇ ਮਨ ਵਿੱਚ ਚਾਉ ਹੁੰਦਾ, ਕਹਿਣ ਲੱਗੇ ਸੂਰਮਾ ਉਹ ਹੈ ਹਤੈ ਸ਼ਸਤਰ ਕੋ ਜੰਗ ਮੈਂ। ਕਹਿਣ ਲੱਗੇ ਸ਼ਾਸਤਰਾਂ ਦਾ ਪ੍ਰਹਾਰ ਕਰਦਾ, ਵਾਰ ਕਰਦਾ, ਉਹ ਯੋਧਾ ਹੈ ਜਿਹੜਾ ਜੰਗ ਦੇ ਵਿੱਚ ਜਾ ਕਰਕੇ ਬੜੇ ਚਾਉ ਨਾਲ ਲੜਦਾ ਹੈ। ਹਤੈ ਸ਼ਤਰ ਕੋ ਜੰਗ ਮਹਿ, ਯਹ ਚਹੈ ਸਭ ਕੋਇ। ਜਿਹੜਾ ਚਾਉ ਦੇ ਨਾਲ ਸ਼ਾਸਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਚਲਾਉਂਦਾ ਹੈ, ਉਹ ਸੂਰਮਾ ਹੈ। ਵਾਯੁ ਪ੍ਰਿਸ਼ਟ ਪਿਸ਼ਟ ਪਰ, ਘਨ ਪੀ ਹੋਏ ਪਛਾਤ। ਕਹਿਣ ਲੱਗੇ ਭਾਵੇਂ ਹਵਾ ਜਿਹੜੀ ਹੈ, ਹਵਾ ਦੇ ਵੇਗ ਨੂੰ ਦੇਖ ਕਰਕੇ, ਉਸੇ ਤਰ੍ਹਾਂ ਹਵਾ ਦੇ ਵੇਗ ਦੀ ਤਰ੍ਹਾਂ ਦੁਸ਼ਮਣ ਦੀ ਫੌਜ ਵਿੱਚ ਜਾ ਕਰਕੇ ਜੂਝਣਾ, ਜੰਗ ਦੇ ਮੈਦਾਨ ਵਿੱਚ ਲੜਨਾ। ਪੀਛੇ ਬੋਲ ਬਿਹੰਗ ਹੋਏ, ਲਖੈ ਜੀਤ ਕੀ ਬਾਤ। ਔਰ ਪੰਛੀ ਦੀ ਤਰ੍ਹਾਂ, ਜਿਵੇਂ ਪੰਛੀ ਦੇ ਵਿੱਚ ਫੁਰਤੀ ਹੁੰਦੀ, ਪੰਛੀ ਉਡਾਰੀ ਮਾਰਦਾ, ਔਰ ਸੂਰਮਾ ਇਸ ਤਰ੍ਹਾਂ ਉਛਲ ਉਛਲ ਕੇ ਜੰਗ ਦੇ ਮੈਦਾਨ ਵਿੱਚ ਜੂਝਦਾ ਹੈ। ਬੈ ਬਾਕੀ ਜਾਵਤ ਆਹੈ, ਮਰੈ ਨਹੀਂ ਕਿਸ ਥਾਏ। ਔਰ ਬੜੀ ਵੀਰਤਾ ਦੇ ਨਾਲ ਸੂਰਮਾ ਆਪਣੇ ਸਰੀਰ ਦਾ ਬਚਾਓ ਕਰਦਿਆਂ ਹੋਇਆਂ, ਦੁਸ਼ਮਣ ਦੇ ਵਾਰ ਨੂੰ ਸਹਿੰਦਿਆਂ ਹੋਇਆਂ, ਕਿੰਨੇ ਕੁ ਵੈਰੀ ਦਲ ਤੇ ਭਾਰੂ ਪੈਂਦਾ ਹੈ, ਔਰ ਆਪਣੇ ਸਰੀਰ ਨੂੰ ਬਚਾ ਕਰਕੇ ਅੱਗੇ ਚੀਰਦਾ ਹੋਇਆ ਲੰਘਦਾ ਹੈ। ਪੂਰ ਪਾਰ ਬਲ ਹੋਣ ਤੇ, ਬਚੈ ਨ ਕੋਟ ਉਪਾਏ। ਔਰ ਜਦੋਂ ਉਹਦੀ ਆਰਬਲਾ, ਜਦੋਂ ਉਹਦੇ ਸਵਾਸ ਜਿਹੜੇ ਹਨ ਉਹ ਪੂਰੇ ਹੋ ਜਾਂਦੇ,
ਭਾਵੇਂ ਜੰਗ ਦੇ ਮੈਦਾਨ ਵਿੱਚ ਜੂਝ ਕਰਕੇ ਉਹਨੇ ਸ਼ਹਾਦਤ ਦਾ ਜਾਮ ਪੀਣਾ ਹੈ। ਜਦੋਂ ਆਰਵਲਾ ਪੂਰੀ ਹੋ ਜਾਏ ਫਿਰ ਕਿਸੇ ਉਪਾਅ ਦੇ ਸਦਕਾ ਉਹ ਬਚਦਾ ਨਹੀਂ ਹੈ, ਕਿਉਂਕਿ ਜਦੋਂ ਸਵਾਸਾਂ ਦਾ ਸਮਾਂ ਜਿਹੜਾ ਹੈ, ਜਿੰਨਾ ਸਮਾਂ ਇਹ ਸਵਾਸ ਮਿਲੇ ਹਨ, ਜਦੋਂ ਇਹ ਸਮਾਂ ਪੂਰਾ ਹੋ ਜਾਂਦਾ ਹੈ, ਕਿਉਂਕਿ ਮਿਥਮਾ ਹੈ, ਗਿਣਿਆ ਹੋਇਆ ਸਮਾਂ ਹੈ, ਗਿਣੇ ਹੋਏ ਸਵਾਸ ਹਨ। ਇਸ ਕਰਕੇ ਜਦੋਂ ਪੂਰੇ ਹੋ ਜਾਂਦੇ, ਭਾਵੇਂ ਜੰਗ ਦੇ ਮੈਦਾਨ ਵਿੱਚ ਹੈ, ਭਾਵੇਂ ਜੰਗ ਤੋਂ ਬਾਹਰ ਹੈ, ਅਵਸ਼ਯ ਹੀ ਫਿਰ ਉਹਦੀ ਮ੍ਰਿਤਿੂ ਹੈ। ਕਿਸੇ ਉਪਾਅ ਸਦਕਾ ਵੀ ਫਿਰ ਉਹ ਬਚਦਾ ਨਹੀਂ ਹੈ। ਇਮ ਲਖ ਕੈ ਧੀਰਜ ਧਰੈ ਪਰਦਨ ਕਰੈ ਵਿਨਾਸ਼। ਜਦੋਂ ਉਹਨੇ ਜਾਣ ਲਿਆ ਵੀ ਮੌਤ ਤਾਂ ਆਉਣੀ ਹੈ, ਭਾਵੇਂ ਜੰਗ ਦੇ ਮੈਦਾਨ ਵਿੱਚ ਹੋਈਏ, ਭਾਵੇਂ ਬਾਹਰ ਹੋਈਏ, ਜਦੋਂ ਸਵਾਸ ਪੂਰੇ ਹੋ ਗਏ ਫਿਰ ਤਾਂ ਮ੍ਰਿਤੂ ਅਵਸ਼ ਹੈ। ਫਿਰ ਇਹ ਗੱਲ ਜਾਣ ਕਰਕੇ ਕਹਿਣ ਲੱਗੇ, ਫਿਰ ਜਿੰਨੇ ਕੁ ਸਵਾਸ ਬਾਕੀ ਹਨ ਉਹਨਾਂ ਨੂੰ ਧਰਮ ਦੇ ਲੇਖੇ ਲਾਉਂਦਾ ਹੈ। ਜੀਤੇ ਧਨ ਜਸ ਪ੍ਰਾਪਤੀ ਮਰੇ ਸੁਰਗ ਮਹਿ ਬਾਸ। ਜਦੋਂ ਜਿੱਤ ਪ੍ਰਾਪਤ ਕਰਦਾ ਹੈ ਫਿਰ ਉਹਨੂੰ ਜੱਗ ਦਾ ਜਿਹੜਾ ਜਸ ਹੈ ਉਹ ਪ੍ਰਾਪਤ ਹੁੰਦਾ ਹੈ, ਉੱਚ ਪਦਵੀ ਉਹਨੂੰ ਮਿਲਦੀ ਹੈ। ਔਰ ਜਦੋਂ ਫਿਰ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀਂਦਾ ਹੈ ਫਿਰ ਕਹਿਣ ਲੱਗੇ ਜੀਵਨ ਮੁਕਤ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ। ਸ਼ਸਤਰਨ ਮਹਿ ਕਰ ਪ੍ਰੇਮ ਕੋ ਨਿਤਲੇ ਸਾਰ ਸੰਭਾਲ। ਸ਼ਾਸਤਰਾਂ ਦੇ ਨਾਲ ਪ੍ਰੇਮ ਕਰਦਾ ਹੈ, ਨਿਤ ਸ਼ਾਸਤਰਾਂ ਦੀ ਸੰਭਾਲ ਕਰਦਾ ਹੈ। ਨਿਰਮਲ ਕਰ ਤਰ ਕਰ ਵਿਖੇ ਅਰਪੈ ਪੁਸ਼ਪਨ ਮਾਲ। ਔਰ ਸ਼ਾਸਤਰਾਂ ਨੂੰ ਸੋਧਾ ਲਾ ਕਰਕੇ ਸ਼ਾਸਤਰਾਂ ਦੀ ਸੰਭਾਲ ਕਰਦਾ ਹੈ, ਨਿਰਮਲ ਕਰਨਾ ਸ਼ਾਸਤਰਾਂ ਨੂੰ, ਔਰ ਨਿਰਮਲ ਥਾਂ ਤੇ ਸ਼ਾਸਤਰਾਂ ਨੂੰ ਰੱਖਣਾ, ਸਵੱਛ ਥਾਂ ਤੇ ਸ਼ਾਸਤਰਾਂ ਨੂੰ ਰੱਖਣਾ, ਔਰ ਉਹਨਾਂ ਨੂੰ ਫੁੱਲ ਆਦਿ ਅਰਪਣ ਕਰਦਾ ਹੈ। ਧੂਪ ਧੁਪਾਏ ਚੰਦਨ ਚਰਚ ਸੌਰਭ ਅਰਪ ਚੜਾਏ। ਔਰ ਸ਼ਾਸਤਰਾਂ ਦੇ ਅੱਗੇ ਧੂਪ ਦਿਖਾਉਣੀ, ਚੰਦਨ ਦਾ ਚਰਚਨ ਕਰਨਾ। ਤਾਰੇ ਆਦਰ ਸਹਿਤ ਪਟ ਰੱਖੈ ਅੰਗ ਲਗਾਏ। ਬੜੇ ਆਦਰ ਸਹਿਤ ਸੂਰਮਾ ਸ਼ਾਸਤਰਾਂ ਨੂੰ ਰੱਖਦਾ ਹੈ, ਸੰਭਾਲ ਕਰਦਾ ਹੈ। ਔਰ ਜਦੋਂ ਆਪਣੇ ਅੰਗ ਤੇ ਸਜਾਉਂਦਾ ਹੈ ਫਿਰ ਆਪਣੇ ਮਸਤਕ ਤੇ ਲਾ ਕਰਕੇ ਸ਼ਾਸਤਰਾਂ ਨੂੰ ਫਿਰ ਆਪਣੇ ਅੰਗ ਤੇ ਸਜਾਉਂਦਾ ਹੈ। ਮਹਾਰਾਜਿਆਂ ਨੇ ਕਿਹਾ ਹੈ ਕਿ ਸ਼ਾਸਤਰ ਸਾਡੇ ਪੀਰ ਹਨ। ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰ ਤੀਰ ਸੈਫ ਸਰੋਹੀ ਸਹਿਥੀ ਜਹੀ ਹਮਾਰੇ ਪੀਰ। ਇਹ ਜਿਹੜੇ ਸ਼ਾਸਤਰ ਹਨ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਡੇ ਪੀਰ ਹਨ। ਔਰ ਗੁਰੂ ਬਚਨਾਂ ਦੀ ਸੰਭਾਲ ਕਰਦਿਆਂ ਫਿਰ ਸੂਰਮਾ ਇਉਂ ਸ਼ਾਸਤਰਾਂ ਦਾ ਅਦਬ ਕਰਦਾ ਹੈ, ਸ਼ਾਸਤਰਾਂ ਦਾ ਸਤਿਕਾਰ ਕਰਦਾ ਹੈ। ਪ੍ਰਥਮ ਟਿਕਾਵੇ ਹੱਥ ਨਿਜ ਅਨੇਕ ਗੁਲੇਲੇ ਮਾਰ। ਪਹਿਲਾਂ ਜਦੋਂ ਨਿਸ਼ਾਨਾ ਲਾਉਣਾ ਸਿੱਖਦਾ ਹੈ, ਗੁਲੇਲ ਦਾ ਨਿਸ਼ਾਨਾ ਜਿਹੜਾ ਗੁਲੇਲ ਦੇ ਦੁਆਰਾ ਨਿਸ਼ਾਨਾ ਲਾਉਣਾ ਸਿਖਾਇਆ ਜਾਂਦਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜਦੋਂ ਬਾਲ ਲੀਲਾ ਕਰਦਿਆਂ ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਜੀਆਂ ਨੇ ਗੁਲੇਲ ਦੇ ਦੁਆਰਾ ਨਿਸ਼ਾਨੇ ਲਾਉਣੇ। ਸਭ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਆਪਣੇ ਹੱਥ ਵਿੱਚ ਗੁਲੇਲਾ ਫੜਿਆ, ਗੁਲੇਲ ਦੇ ਦੁਆਰਾ ਸਤਿਗੁਰੂ ਨਿਸ਼ਾਨਾ ਲਾਉਂਦੇ ਸਨ। ਆਪਣੇ ਸਾਥੀਆਂ ਨੂੰ ਨਿਸ਼ਾਨਾ ਲਾਉਣਾ ਸਿਖਾਉਣਾ, ਨਾਲੇ ਆਪ ਮਹਾਰਾਜ ਜੀਆਂ ਨੇ ਗੁਲੇਲ ਦਾ ਨਿਸ਼ਾਨਾ ਮਾਰਨਾ। ਪੁੰਨ ਧਨ ਖੇਚਨ ਕੀ ਵਿਖੇ ਨਿਤ ਹੀ ਜਤਨ ਸੰਭਾਰ। ਫਿਰ ਧਨੁੱਖ ਨੂੰ ਖਿੱਚਣ ਦਾ ਜਿਹੜਾ ਅਭਿਆਸ ਕਰਨਾ, ਧਨੁੱਖ ਦੀ ਜਿਹੜੀ ਤੰਦੀ ਹੈ ਉਸ ਤੰਦੀ ਨੂੰ ਖਿੱਚਣ ਦਾ ਅਭਿਆਸ ਕਰਨਾ, ਕਿਉਂਕਿ ਤੰਦੀ ਖਿੱਚਣ ਵਾਸਤੇ ਵੀ ਬਲ ਚਾਹੀਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਬਲ। ਔਰ ਸਤਿਗੁਰੂ ਜੀ ਚਮਕੌਰ ਦੇ ਜੰਗ ਵਿੱਚ ਕਿੰਨਾ ਸਮਾਂ ਮਹਾਰਾਜ ਜੀ ਇਕੱਠੇ ਤੀਰ ਸਤਿਗੁਰੂ ਜੀ ਚਲਾਉਂਦੇ। ਸਭਨਾਂ ਤੋਂ ਵੱਧ ਤੀਰ ਜਿਹੜੇ ਸਨ ਮਹਾਰਾਜ ਜੀਆਂ ਨੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਚਲਾਏ। ਇਉਂ ਸਭਨਾਂ ਤੋਂ ਪਹਿਲਾਂ ਤੰਦੀ ਖਿੱਚਣ ਦਾ ਸੂਰਮਾ ਅਭਿਆਸ ਕਰਦਾ ਹੈ। ਹਾਥ ਸਿਕੰਦਰ ਸਮ ਕਰੈ ਨਿਸ਼ਚਲ ਨੈਣ ਸਮੇਤ। ਔਰ ਆਪਣੇ ਹੱਥ ਔਰ ਨੇਤਰਾਂ ਦੀ ਇਕਾਗਰਤਾ, ਜਿੱਥੇ ਨਿਸ਼ਾਨਾ ਲਾਉਣਾ ਹੈ, ਕਿਉਂਕਿ ਮੁੱਠੀ ਦੇ ਦੁਆਰਾ ਧਨੁੱਖ ਫੜਿਆ ਹੋਇਆ
ਔਰ ਜਿਹੜਾ ਨਿਸ਼ਾਨਾ ਲਾਉਂਦਾ ਹੈ ਔਰ ਮੁੱਠੀ ਦੀ ਸੇਧ ਕਰਕੇ ਕਹਿਣ ਲੱਗੇ ਇਹ ਨਿਸ਼ਾਨਾ ਫਿਰ ਮੋਢੇ ਤੱਕ ਖਿੱਚ ਕੇ ਲੈ ਕੇ ਆਉਣਾ ਤੰਦੀ ਨੂੰ। ਦ੍ਰਿਸ਼ਟ ਮੁਸ਼ਟ ਤੇ ਲਛ ਕੋ ਛਾਤੈ ਇਕਤਾ ਲੇਤ। ਦ੍ਰਿਸ਼ਟੀ ਔਰ ਜਿਹੜੀ ਮੁੱਠ ਦੇ ਨਾਲ ਧਨੁੱਖ ਜਿਹੜਾ ਫੜਿਆ ਹੋਇਆ ਔਰ ਇਸ ਤਰ੍ਹਾਂ ਫਿਰ ਦੇਖ ਕਰਕੇ ਫਿਰ ਉਹ ਆਪਣਾ ਤੀਰ ਜਿਹੜਾ ਹੈ ਫਿਰ ਛੱਡਣਾ, ਨਿਸ਼ਾਨੇ ਤੇ ਲਾਉਣਾ। ਦ੍ਰਿਸ਼ਟ ਮੁਸ਼ਟ ਮਨ ਲਛ ਜਬ ਇਕ ਸੰਗਤ ਕੋ ਪਾਏ। ਜਦੋਂ ਦ੍ਰਿਸ਼ਟੀ ਔਰ ਜਿਹੜੇ ਪਾਸੇ ਨਿਸ਼ਾਨਾ ਲਾਉਣਾ ਹੈ, ਜਦੋਂ ਇਕਾਗਰਤਾ ਬਣਦੀ ਹੈ ਫਿਰ ਸਿੱਧਾ ਜਿਹੜਾ ਨਿਸ਼ਾਨਾ ਹੈ ਉਹ ਲੱਗਦਾ ਹੈ। ਨਹਿ ਚੁਕੈ ਸੋ ਹਤਨ ਤੇ ਇਮ ਅਭਿਆਸ ਕਮਾਏ। ਫਿਰ ਨਿਸ਼ਾਨਾ ਜਿਹੜਾ ਹੈ ਉਹ ਖਾਲੀ ਨਹੀਂ ਜਾਂਦਾ, ਚੁੱਕਦਾ ਨਹੀਂ। ਸੂਰਮੇ ਨਿਤਾ ਪ੍ਰਤੀ ਇਸ ਤਰ੍ਹਾਂ ਅਭਿਆਸ ਕਮਾਉਂਦੇ, ਇਹ ਕਮਾਈ ਕਰਦੇ ਹਨ। ਵਾਮ ਮੁਸ਼ਟ ਤਨ ਪਰ ਟਿਕੀ ਤਥਾ ਤੁਪਕ ਕੇ ਸਾਥ। ਜਦੋਂ ਦ੍ਰਿਸ਼ਟੀ ਜਿਹੜੀ ਹੈ ਉਹ ਨਿਸ਼ਾਨੇ ਤੇ ਟਿਕੀ ਹੋਈ ਹੈ। ਪਰ ਬਲ ਪਰ ਨਿਤ ਨਿਚਲ ਹੋਤ ਹੈ ਨਹਿ ਡੋਲੇ ਪੁਨ ਹਾਥ। ਔਰ ਫਿਰ ਦ੍ਰਿਸ਼ਟੀ ਜਿਹੜੀ ਆ ਉਸ ਥਾਂ ਤੇ ਜਿੱਥੇ ਨਿਸ਼ਾਨਾ ਲਾਉਣਾ ਹੈ, ਜਦੋਂ ਦ੍ਰਿਸ਼ਟੀ ਦੀ ਇਕਾਗਰਤਾ ਹੈ ਫਿਰ ਹੱਥ ਜਿਹੜਾ ਹੈ ਉਹ ਡੋਲਦਾ ਨਹੀਂ। ਦੀਦ ਮਾਨ ਮਨ ਦ੍ਰਿਸ਼ਟ ਲਛ ਮੱਖੀ ਜੁਤ ਸਭ ਸੋਏ। ਬੰਦੂਕ ਦੇ ਉੱਪਰ ਇੱਕ ਮੱਖੀ ਹੁੰਦੀ ਛੋਟੀ ਜੀ ਬਣੀ ਹੋਈ ਔਰ ਮੱਖੀ ਦੀ ਸੇਧ ਲਾ ਕੇ ਉਹ ਨਿਸ਼ਾਨਾ ਲੈਣਾ। ਔਰ ਜਦੋਂ ਦ੍ਰਿਸ਼ਟੀ ਹੈ ਉਸ ਮੱਖੀ ਦੇ ਵਿੱਚੋਂ ਦੀ ਕਹਿਣ ਲੱਗੇ ਉਹਦੀ ਸੇਧ ਲਾ ਕੇ ਜਦੋਂ ਨਿਸ਼ਾਨਾ ਲਾਉਂਦਾ ਹੈ ਉਹ ਫਿਰ ਨਿਸ਼ਾਨਾ ਜਿਹੜਾ ਚੁੱਕਦਾ ਨਹੀਂ ਹੈ। ਪੰਚ ਜੇ ਇੱਕ ਸੂਤੋ ਹੈ ਹਤਿ ਬਚੈ ਨਹਿ ਕੋਇ। ਔਰ ਜਦੋਂ ਇਹ ਪੰਜੇ ਇੱਕ ਸੂਤਰ ਦੇ ਵਿੱਚ ਹੋ ਜਾਣ, ਇੱਕ ਸੇਧ ਦੇ ਵਿੱਚ ਹੋ ਜਾਣ, ਫਿਰ ਜਦੋਂ ਨਿਸ਼ਾਨਾ ਲਾਵੇ ਫਿਰ ਕੋਈ ਸਾਹਮਣੇ ਦੁਸ਼ਮਣ ਬਚਦਾ ਨਹੀਂ ਹੈ। ਨਿਸ਼ਾਨਾ ਜਿਹੜਾ ਹੈ ਫਿਰ ਟਿਕਾਣੇ ਤੇ ਲੱਗਦਾ ਹੈ। ਨਿਤ ਅਭਿਆਸ ਕਰ ਟਿਕੈ ਮਿਲਿਓ ਰਹੈ ਤਿਨ ਸੰਗ। ਇਉਂ ਸੂਰਮੇ ਨਿਤ ਅਭਿਆਸ ਕਰਦੇ ਹਨ, ਇੱਕ ਥਾਂ ਤੇ ਟਿਕ ਕੇ ਸੂਰਮੇ ਇਉਂ ਆਪਣੀ ਸੰਗਤ ਵਿੱਚ ਮਿਲ ਕਰਕੇ ਇਉਂ ਨਿਤ ਜੰਗ ਦਾ ਅਭਿਆਸ ਕਰਨਾ, ਸ਼ਾਸਤਰਾਂ ਦਾ ਪ੍ਰਹਾਰ ਕਰਨਾ ਇਉਂ ਸੂਰਮੇ ਦਾ ਨਿਤ ਦਾ ਕਰਮ ਹੈ। ਸੋ ਆਯੁਧ ਪਟ ਹਾਥ ਕੇ ਕਿਉ ਨ ਕਾਜ ਦੇ ਜੰਗ। ਕਿਉਂਕਿ ਸੂਰਮੇ ਦੇ ਹਥਿਆਰ ਹਨ ਜੰਗ ਦੇ ਮੈਦਾਨ ਵਿੱਚ। ਇਹਨਾਂ ਸ਼ਾਸਤਰਾਂ ਨੂੰ ਅਦਬ ਸਹਿਤ ਆਪਣੇ ਤਨ ਤੇ ਸਜਾ ਕੇ ਰੱਖਦਾ ਹੈ। ਸਿਰ ਤਰ ਰੱਖੈ ਨ ਸ਼ਸਤਰ ਕੋ ਅਦਬ ਸਹਿਤ ਤਰ ਪਾਸ। ਸਦਾ ਹੀ ਆਪਣੇ ਸਿਰ ਦਾ ਤਾਜ ਬਣਾ ਕਰਕੇ ਰੱਖਣਾ ਸ਼ਾਸਤਰਾਂ ਨੂੰ, ਅਦਬ ਸਹਿਤ ਆਪਣੇ ਪਾਸ ਧਾਰਨ ਕਰਕੇ ਰੱਖਦਾ ਹੈ। ਅੰਗ ਸੰਗ ਲਾਇਓ ਰਹੈ ਕਰਹੁ ਨਰਿਕ ਵਿਸਵਾਸ। ਸਦਾ ਹੀ ਸ਼ਾਸਤਰਾਂ ਨੂੰ ਆਪਣੇ ਕੋਲ ਰੱਖਣਾ, ਦੁਸ਼ਮਣ ਤੇ ਕਦੇ ਭਰੋਸਾ ਨਹੀਂ ਕਰਨਾ। ਆਪਣੇ ਜਿਹੜੇ ਸ਼ਾਸਤਰ ਹਨ ਸਦਾ ਹੀ ਆਪਣੇ ਪਾਸ ਰੱਖਦਾ ਹੈ ਸੂਰਮਾ, ਔਰ ਕਦੇ ਵੀ ਦੁਸ਼ਮਣ ਤੇ ਭਰੋਸਾ ਨਹੀਂ ਕਰਦਾ। ਤੋਹਰਾ ਨਿਤ ਪ੍ਰਤ ਬੈਠੈ ਸਿੰਘ ਟਿਕ ਰਹਿਣੀ ਰਹਿਤ ਬਤਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਵਾਨ ਵਿੱਚ ਮਹਾਰਾਜ ਜੀ ਸੁਭਾਇਮਾਨ ਹੁੰਦੇ। ਸਤਿਗੁਰਾਂ ਦੇ ਪਿਆਰੇ, ਸਤਿਗੁਰਾਂ ਦੇ ਨਿਕਟਵਰਤੀ ਸਿੰਘ ਸਦਾ ਹੀ ਮਹਾਰਾਜ ਜੀਆਂ ਦੇ ਕੋਲ ਰਹਿੰਦੇ ਹਨ। ਔਰ ਸਤਿਗੁਰੂ ਜੀ ਜੀਵਨ ਦੀ ਰਹਿਣੀ, ਜੀਵਨ ਦੀ ਰਹਿਤ ਜਿਹੜੀ ਹੈ ਉਹਦੀ ਪਰਪੱਕਤਾ ਆਪਣੇ ਗੁਰਸਿੱਖਾਂ ਨੂੰ ਜਣਾਉਂਦੇ ਹਨ। ਭਗਤ ਗਿਆਨ ਕੀ ਬਾਰਤ ਸੁਨਹਿ ਸਦਾ ਚਿਤ ਲਾਏ। ਭਗਤੀ ਔਰ ਗਿਆਨ ਦੀ ਗੱਲਬਾਤ, ਇਹ ਵਾਰਤਾ ਸਦਾ ਹੀ ਮਹਾਰਾਜ ਜੀ ਦੀਵਾਨ ਵਿੱਚ ਗੁਰਸਿੱਖਾਂ ਨੂੰ ਦ੍ਰਿੜ ਕਰਾਉਂਦੇ ਔਰ ਭਾਵਨਾ ਦੇ ਨਾਲ ਗੁਰਸਿੱਖ ਸੁਣਦੇ ਹਨ। ਚਉਪਈ ਸਭ ਸਿੱਖਨ ਬੂਝੇ ਕਰ ਜੋਰ। ਹੱਥ ਜੋੜ ਕਰਕੇ ਇੱਕ ਦਿਨ ਗੁਰਸਿੱਖਾਂ ਨੇ
ਮਹਾਰਾਜਿਆਂ ਨੂੰ ਬੇਨਤੀ ਕੀਤੀ ਔਰ ਪੁੱਛਿਆ ਹੈ। ਪ੍ਰਾਨੀ ਕਰਮ ਬੰਧ ਪਰ ਘੋਰ। ਮਹਾਰਾਜ ਜੀ ਪ੍ਰਾਣੀ ਜਦੋਂ ਸੰਸਾਰ ਤੇ ਆਉਂਦਾ ਹੈ, ਕਹਿਣ ਲੱਗੇ ਭਿਆਨਕ ਕਰਮਾਂ ਦੇ ਬੰਧਨਾਂ ਵਿੱਚ ਪਿਆ ਹੈ। ਜਦੋਂ ਜੀਵ ਸੰਸਾਰ ਤੇ ਆਇਆ, ਕਹਿਣ ਲੱਗੇ ਕਰਮਾਂ ਦੇ ਬੰਧਨ ਵਿੱਚ ਪਿਆ ਹੋਇਆ ਹੈ। ਤਿਨ ਕੋ ਨਿਰਨਾ ਕਹੋ ਸੁਨਾਵਨ। ਮਹਾਰਾਜ ਜੀ ਇਹ ਕਰਮਾਂ ਦਾ ਜਿਹੜਾ ਨਿਰਣਾ ਹੈ, ਕਰਮ ਫਲ ਕੀ ਹੈ, ਕਰਮਾਂ ਦਾ ਨਿਰਣਾ ਜੋ ਹੈ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਦੱਸੋ। ਜਿਸ ਕੇ ਜਾਣਹਿ ਕਰਹਿ ਬਚਾਵਨ। ਔਰ ਜਿਨ੍ਹਾਂ ਨੂੰ ਜਾਣ ਕਰਕੇ ਅਸੀਂ ਆਪਣੇ ਕਰਮਾਂ ਤੋਂ ਛੁਟਕਾਰਾ ਕਰਾ ਸਕੀਏ, ਕਿਉਂਕਿ ਕਰਮਾਂ ਕਰਕੇ ਹੀ ਜੀਵ ਦਾ ਦੁਬਾਰਾ ਜਨਮ ਹੈ। ਜਦੋਂ ਇਹ ਮਨੁੱਖਾ ਜੀਵਨ ਮਿਲਿਆ ਸਾਨੂੰ, ਕਿਉਂਕਿ ਕਰਮਾਂ ਕਰਕੇ, ਪੂਰਬਲੇ ਕਰਮਾਂ ਕਰਕੇ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਸਤਿਗੁਰੂ ਜੀ ਕਿਰਪਾ ਕਰਕੇ ਆਹ ਜਿਹੜੇ ਕਰਮ ਹਨ, ਇਹਨਾਂ ਕਰਮ ਬੰਧਨ ਤੋਂ ਸਾਡਾ ਜਿਹੜਾ ਹੈ ਉਹ ਛੁਟਕਾਰਾ ਹੋ ਜਾਏ। ਕਿਉਂਕਿ ਭਗਤ ਸਧਨਾ ਜੀ ਨੇ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ, ਹੈ ਅਕਾਲ ਪੁਰਖ ਪਰਮੇਸ਼ਰ ਜੀਓ, ਜੇ ਤੁਹਾਡੀ ਭਗਤੀ ਕਰਦਿਆਂ ਹੋਇਆਂ ਅਜੇ ਵੀ ਜੀਵ ਦਾ ਕਰਮ ਬੰਧਨ ਤੋਂ ਛੁਟਕਾਰਾ ਨਹੀਂ, ਫਿਰ ਮਹਾਰਾਜ ਤੁਹਾਡੀ ਸ਼ਰਨ ਵਿੱਚ ਪੈਣ ਦਾ ਕੀ ਫਾਇਦਾ ਹੋਇਆ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਕਰਕੇ ਜੇ ਕਰਮ ਨਾਸ ਨਾ ਹੋਏ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਕਹਿਣ ਲੱਗੇ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ, ਜੇ ਗਿੱਦੜਾਂ ਦਾ ਹੀ ਡਰ ਰਹਿਣਾ, ਜੇ ਗਿੱਦੜੀ ਸਾਨੂੰ ਡਰਾਉਂਦੇ ਰਹਿਣ, ਫਿਰ ਮਹਾਰਾਜ ਸ਼ੇਰ ਦੀ ਸ਼ਰਨ ਵਿੱਚ ਆਇਆਂ ਦਾ ਕੀ ਲਾਹਾ। ਇਸ ਕਰਕੇ ਮਹਾਰਾਜ ਤੁਹਾਡੀ ਜਿਹੜੀ ਸ਼ਰਨ ਹੈ ਸਤਿਗੁਰੂ ਜੀ, ਤੁਹਾਡੀ ਸ਼ਰਨ ਵਿੱਚ ਤਾਂ ਮੈਂ ਤਾਂ ਕਰਕੇ ਆਇਆ ਕਿ ਮੇਰੇ ਕਰਮ ਜਿਹੜੇ ਹਨ ਇਹਨਾਂ ਬੰਧਨਾਂ ਤੋਂ ਛੁਟਕਾਰਾ ਹੋ ਜਾਏ ਔਰ ਆਵਾਗਾਉਣ ਦੇ ਚੱਕਰ ਤੋਂ ਮੈਂ ਮੁਕਤ ਹੋ ਸਕਾਂ। ਪਿੱਛੇ ਮਹਾਰਾਜਿਆਂ ਨੇ ਗੁਰਸਿੱਖਾਂ ਨੂੰ ਇਹੀ ਬਖਸ਼ਿਸ਼ ਕੀਤੀ, ਭਾਈ ਆਹ ਜਿਹੜਾ ਸਮਾਂ ਹੈ ਆਪਣੇ ਜੀਵਨ ਦੀ ਦੁਰਲੱਭਤਾ ਨੂੰ ਜਾਣਨਾ ਔਰ ਇਸੇ ਸਮੇਂ ਦੌਰਾਨ ਆਪਣੇ ਕਰਮ ਫਲ ਜਿਹੜੇ ਹਨ ਉਹਨਾਂ ਤੋਂ ਜੀਵ ਛੁਟਕਾਰਾ ਕਰਾ ਸਕਦਾ ਹੈ ਪ੍ਰਭੂ ਭਗਤੀ ਕਰਦਿਆਂ ਪਰਮੇਸ਼ਰ ਦੇ ਨਾਮ ਦੇ ਦੁਆਰਾ। ਜਿਉਂ-ਜਿਉਂ ਉਪਦੇਸ਼ ਨੂੰ ਕਮਾਏਗਾ ਇਹਦੇ ਕਰਮ ਜਿਹੜੇ ਹਨ ਉਹ ਕੱਟੇ ਜਾਂਦੇ। ਮਹਾਰਾਜ ਜੀ ਤਾਂ ਸੁਪਨੇ ਦੇ ਵਿੱਚ ਵੀ ਕਰਮ ਕੱਟੇ ਜਾਂਦੇ। ਅੱਗੇ ਕਥਾ ਆਪਾਂ ਸੁਣਾਂਗੇ ਭਾਈ ਸ਼ਮੀਰ ਦੀ। ਸ਼ਮੀਰ ਦੇ ਸੁਪਨੇ ਦੇ ਵਿੱਚ ਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਕਈ ਜੋਨਾਂ ਜਿਹੜੀਆਂ ਸੀ ਉਹ ਕੱਟ ਦਿੱਤੀਆਂ। ਇਸ ਕਰਕੇ ਕਰਮ ਵਾਸ਼ਨਾ ਜੋ ਹੈ, ਕਿਉਂਕਿ ਵਾਸ਼ਨਾ ਦੇ ਅਧੀਨ ਜੀਵ ਦਾ ਜਨਮ ਹੈ। ਜੈਸੀ ਜੈਸੀ ਵਾਸ਼ਨਾ ਹੈ, ਜੈਸੀ ਜੈਸੀ ਆਸਾ ਹੈ। ਭਗਤ ਤ੍ਰਿਲੋਚਨ ਜੀ ਕਹਿੰਦੇ ਜਿਹੋ ਜੀ ਆਸਾ ਜੀਵ ਆਪਣੇ ਮਨ ਵਿੱਚ ਧਾਰਨ ਕਰਦਾ ਹੈ, ਉਹੋ ਜਿਹਾ ਹੀ ਜਨਮ ਜਿਹੜਾ ਹੈ ਇਹਨੂੰ ਪ੍ਰਾਪਤ ਹੋ ਜਾਂਦਾ। ਕਿਉਂਕਿ ਅਖੀਰਲਾ ਸਵਾਸ, ਜਦੋਂ ਅਖੀਰਲਾ ਸਵਾਸ ਜੀਵ ਨੇ ਲੈਣਾ ਹੈ ਔਰ ਜਿੱਧਰ ਨੂੰ ਮਨ ਹੋਇਆ ਉਧਰ ਨੂੰ ਕਹਿਣ ਲੱਗੇ ਇਹਦਾ ਜਨਮ ਜਿਹੜਾ ਹੈ ਉਸੇ ਪਾਸੇ ਇਹਨੂੰ ਉਹ ਜੀਵ ਲੈ ਜਾਂਦੀ ਇਹਦੀ ਵਾਸ਼ਨਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਕਹਿਣ ਲੱਗੇ ਅੰਤਲੇ ਸਮੇਂ ਅਖੀਰਲੇ ਸਵਾਸ ਜੇ ਕਿਤੇ ਮਾਇਆ ਧਨ ਦਾ ਚੇਤਾ ਆ ਗਿਆ, ਕਹਿਣ ਲੱਗੇ ਫਿਰ ਸੱਪ ਦੀ ਜੂਨ ਵਿੱਚ ਪੈਂਦਾ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਬਲ ਬਲ ਉਤਰੈ। ਅੰਤਲੇ ਸਮੇਂ ਜੇ ਆਸ ਅਧੂਰੀ ਰਹਿ ਗਈ, ਮਨ ਵਿੱਚ ਇਹ ਸੀ ਕਿ ਮੈਨੂੰ ਪੁੱਤਰ ਪ੍ਰਾਪਤ ਹੋਵੇ, ਸਾਡੇ ਗ੍ਰਹਿ ਵਿਖੇ ਪੁੱਤਰ ਦੀ ਦਾਤ ਆਵੇ, ਆਸ ਪੂਰੀ ਨਹੀਂ ਹੋਈ, ਅਧੂਰੀ ਰਹਿ ਗਈ, ਕਹਿਣ ਲੱਗੇ ਫਿਰ ਦੁਬਾਰਾ ਜਨਮ ਲੈਣਾ ਪੈਂਦਾ। ਸੂਕਰ ਜੋਨ ਬਲ ਬਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਅੰਤ ਕਾਲ ਸਮੇਂ ਕਹਿਣ ਲੱਗੇ ਸਵਾਸ ਪੂਰਾ ਹੋਣ ਵੇਲੇ ਘਰ ਦੀ ਚਿੰਤਾ ਹੀ ਰਹਿ ਗਈ, ਪ੍ਰੇਤ ਬਣ ਕੇ ਫਿਰ ਉੱਥੇ ਹੀ ਘੁੰਮੀ ਜਾਂਦਾ। ਮਹਾਰਾਜ ਜੀ ਕਹਿੰਦੇ ਭਾਈ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤ੍ਰਿਲੋਚਨ ਤੇਰਾ ਮੁਕਤਾ, ਪੀਤਾੰਬਰ ਤਾਂ ਕੇ ਹਿਰਦੈ ਵਸੈ।
ਉਹ ਨਰ ਮੁਕਤ ਹੋ ਜਾਂਦਾ ਹੈ ਜਿਹੜਾ ਨਾਰਾਇਣ ਨਾਰਾਇਣ ਕਹਿੰਦੇ ਆ ਜਿਹਦੀ ਮੌਤ ਹੁੰਦੀ। ਪਰਮੇਸ਼ਰ ਨੂੰ ਯਾਦ ਕਰਦਿਆਂ ਅਖੀਰਲਾ ਸਵਾਸ ਜਿਹਦਾ ਨਿਕਲਦਾ ਹੈ, ਕਹਿਣ ਲੱਗੇ ਉਹ ਮੁਕਤ ਹੋ ਜਾਂਦਾ ਹੈ, ਦੁਬਾਰਾ ਫਿਰ ਗਰਭ ਜੋਨ ਵਿੱਚ ਨਹੀਂ ਆਉਂਦਾ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਅਜਾਮਲ ਪਾਪੀ ਸੀ ਔਰ ਇੱਕ ਨਿਮਖ ਦੇ ਵਿੱਚ ਹੀ ਉਹਦਾ ਭਾਵ ਸਾਗਰ ਤੋਂ ਪਾਰ ਹੋ ਗਿਆ। ਕਿਉਂ? ਕਿਉਂਕਿ ਅੰਤਲੇ ਸਮੇਂ ਉਹਨੇ ਨਾਰਾਇਣ ਨੂੰ ਚੇਤੇ ਕੀਤਾ। ਭਾਵੇਂ ਉਹਨੇ ਨਾਮ ਰੱਖਿਆ ਸੀ ਆਪਣੇ ਪੁੱਤਰ ਦਾ, ਸਤਿਪੁਰਸ਼ਾਂ ਨੇ ਕਿਹਾ ਕਿ ਅਜਾਮਲ ਅਖੀਰਲੇ ਪੁੱਤਰ ਦਾ ਨਾਮ ਤੂੰ ਨਾਰਾਇਣ ਰੱਖੀ। ਜਦੋਂ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ, ਅਖੀਰਲੇ ਸਮੇਂ ਬਿਮਾਰ ਹੈ ਔਰ ਆਪਣੇ ਪੁੱਤਰ ਨੂੰ ਬੁਲਾਉਂਦਾ, ਪੁਕਾਰ ਕਰਦਾ, ਨਾਰਾਇਣ ਨਾਰਾਇਣ ਕਿਤੇ ਦੂਰ ਹੈ। ਨਾਰਾਇਣ ਨਾਰਾਇਣ ਕਹਿੰਦਿਆਂ ਉਹਦੀ ਲਿਵ ਜੁੜ ਗਈ, ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹੋ ਗਈ, ਸਵਾਸ ਪੂਰੇ ਹੋ ਗਏ। ਕਹਿਣ ਲੱਗੇ ਪੀਤਾੰਬਰ ਵਾਹਿਗੁਰੂ ਪਰਮੇਸ਼ਰ ਹਿਰਦੇ ਵਿੱਚ ਵਾਸ ਹੋ ਗਿਆ ਔਰ ਜੀਵਨ ਮੁਕਤ ਅਵਸਥਾ ਜਿਹੜੀ ਸੀ ਅਜਾਮਲ ਨੂੰ ਪ੍ਰਾਪਤ ਹੋ ਗਈ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰੇ ਪਾਰਾ। ਹੇ ਮਨ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ ਤਾਂ ਕਿ ਤੇਰਾ ਵੀ ਜਿਹੜਾ ਹੈ ਉਹ ਪਾਰ ਉਤਾਰਾ ਹੋ ਸਕੇ। ਔਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਉਂਕਿ ਕਰਮ ਕਰਕੇ ਜੀਵ ਜਿਹੜਾ ਹੈ ਇਹ ਕਰਮ ਦੇ ਬੰਧਨ ਵਿੱਚ ਪਿਆ ਹੈ, ਕਰਮਾਂ ਕਰਕੇ ਆਵਾਗਾਉਣ ਦਾ ਚੱਕਰ ਹੈ। ਸਤਿਗੁਰੂ ਜੀ ਕਿਰਪਾ ਕਰਕੇ ਇਹ ਜਿਹੜੇ ਕਰਮਾਂ ਦਾ ਗੇੜ ਹੈ ਇਹ ਆਪ ਜੀ ਸਮਝਾਉਣਾ ਕਰੋ। ਸ੍ਰੀ ਮੁਖ ਤੇ ਸਭਹੁ ਉਚਾਰਾ। ਸਭਨਾਂ ਨੂੰ ਸਤਿਗੁਰਾਂ ਨੇ ਪਾਵਨ ਮੁਖ ਤੋਂ ਬਚਨ ਕੀਤਾ ਹੈ। ਦਇਆ ਸਿੰਘ ਮਮ ਰੂਪ ਉਦਾਰਾ। ਸਤਿਗੁਰੂ ਜੀ ਕਹਿੰਦੇ ਭਾਈ ਪਿਆਰੇ ਭਾਈ ਦਇਆ ਸਿੰਘ ਜੀ ਉਹ ਸਾਡਾ ਹੀ ਰੂਪ ਹਨ। ਕਰਮ ਪ੍ਰਸ਼ਨ ਚੇਤਿਕ ਰੁਚ ਹੋਏ। ਭਾਈ ਦਇਆ ਸਿੰਘ ਜੀ ਨੂੰ ਤੁਸੀਂ ਇਹ ਸਵਾਲ ਕਰੋ। ਇਹਨਾਂ ਸਵਾਲਾਂ ਦਾ ਜਵਾਬ ਪਿਆਰੇ ਭਾਈ ਦਇਆ ਸਿੰਘ ਜੀ ਦੇਣਗੇ। ਜਿੰਨੇ ਵੀ ਤੁਹਾਡੇ ਮਨ ਦੇ ਸਵਾਲ ਹਨ ਤੁਸੀਂ ਉਹਨਾਂ ਕੋਲੋਂ ਪੁੱਛ ਲੈਣਾ ਕਰੋ। ਸਾਡੇ ਔਰ ਭਾਈ ਦਇਆ ਸਿੰਘ ਦੇ ਵਿੱਚ ਕੋਈ ਭੇਦ ਨਹੀਂ ਹੈ, ਕਿਉਂਕਿ ਮਹਾਰਾਜਿਆਂ ਨੇ ਜਦੋਂ 5 ਸਿਰਾਂ ਦੀ ਮੰਗ ਕੀਤੀ ਸਭਨਾਂ ਤੋਂ ਪਹਿਲਾਂ ਪਿਆਰੇ ਭਾਈ ਦਇਆ ਸਿੰਘ ਜੀ ਆਏ ਔਰ 5 ਦੇ ਸਵਰੂਪ ਨੂੰ ਮਹਾਰਾਜਿਆਂ ਨੇ ਇੱਕ ਸਵਰੂਪ ਬਣਾ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ। ਇਹ 5 ਦੇ ਵਿੱਚ ਮੇਰਾ ਵਾਸਾ ਹੈ। ਔਰ ਸਤਿਗੁਰੂ ਜੀ ਕਹਿੰਦੇ ਭਾਈ ਦਇਆ ਸਿੰਘ ਸਾਡਾ ਰੂਪ ਹਨ। ਜੋ ਤੁਸੀਂ ਸਵਾਲ ਕਰਨਾ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਪਿਆਰੇ ਭਾਈ ਦਇਆ ਸਿੰਘ ਦੇਣਗੇ। ਉੱਤਰ ਕਹੈ ਸਕਲ ਹੀ ਸੋਏ। ਜਿੰਨੇ ਤੁਹਾਡੇ ਸਵਾਲ ਹਨ ਸਾਰਿਆਂ ਦਾ ਉੱਤਰ ਭਾਈ ਦਇਆ ਸਿੰਘ ਜੀ ਦੱਸ ਦੇਣਗੇ। ਇਮ ਕਹਿ ਕੇ ਗੁਰ ਅੰਤਰ ਗਏ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਦੀਵਾਨ ਵਿੱਚੋਂ ਨਿਜ ਮਹਿਲਾਂ ਵਿੱਚ ਗਏ ਹਨ। ਅਪਰ ਸਰਬ ਤਹਿ ਬੈਠਤ ਭਏ। ਬਾਕੀ ਸਾਰੇ ਸਿੰਘ ਉਸੇ ਤਰ੍ਹਾਂ ਦੀਵਾਨ ਵਿੱਚ ਬੈਠੇ ਹਨ। ਨਿਰਣੈ ਕਰਨ ਬਿਖੈ ਚਿਤ ਦਇਓ। ਔਰ ਨਿਰਣਾ ਕਰਨ ਵਾਸਤੇ ਔਰ ਸਿੰਘਾਂ ਦਾ ਜੋ ਮਨਸਾ ਸੀ, ਜੋ ਇੱਛਾ ਸੀ, ਉਹਨਾਂ ਨੇ ਭਾਈ ਦਇਆ ਸਿੰਘ ਜੀ ਨੂੰ ਬੇਨਤੀ ਕੀਤੀ ਹੈ। ਦਇਆ ਸਿੰਘ ਤਬ ਬੋਲਤ ਭਇਓ। ਪਿਆਰੇ ਭਾਈ ਦਇਆ ਸਿੰਘ ਜੀ ਫਿਰ ਸਿੰਘਾਂ ਨੂੰ ਕਹਿਣ ਲੱਗੇ ਕਿ ਸਿੰਘੋ ਕਰਨ ਕਰਾਵਣ ਹਾਰ ਤਾਂ ਸਤਿਗੁਰੂ ਜੀ ਆਪ ਹਨ। ਮੈਂ ਤਾਂ ਇੱਕ ਜਰੀਆ ਹਾਂ ਕਿ ਸਤਿਗੁਰੂ ਜੀ ਇਹ ਬਖਸ਼ਿਸ਼ ਕਰਕੇ ਗਏ ਹਨ। ਜਿਵੇਂ ਸਤਿਗੁਰੂ ਜੀ ਬੁਲਾਉਂਦੇ ਹਨ ਮੈਂ ਤਾਂ ਉਸ ਤਰ੍ਹਾਂ ਬੋਲਦਾ ਹਾਂ। ਮੇਰੀ ਆਪਣੀ ਕੋਈ ਸਮਰੱਥਾ ਨਹੀਂ ਹੈ। ਗੁਰੂ ਸਾਹਿਬ ਜੀ ਨੇ ਕਹਿ ਤਾਂ ਦਿੱਤਾ ਕਿ ਭਾਈ ਦਇਆ ਸਿੰਘ ਜੀ ਜਵਾਬ ਦੇਣਗੇ। ਕਰਨ ਵਾਲੇ ਸਤਿਗੁਰੂ ਜੀ ਆਪ ਹਨ, ਮੈਂ ਤਾਂ ਇੱਕ ਜਰੀਆ ਹਾਂ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਨ ਹਮਾਰੀ। ਮੇਰੀ ਕੋਈ ਇੰਨੀ ਸਮਰੱਥਾ ਨਹੀਂ ਕਿ ਮੈਂ ਜਵਾਬ ਦੇ ਸਕਾਂ। ਇਹ ਪਿਆਰੇ ਭਾਈ ਦਇਆ ਸਿੰਘ ਦੀ ਨਿਮਰਤਾ ਹੈ। ਜਿਵੇਂ ਗੁਰਸਿੱਖਾਂ ਦੇ ਸਵਾਲਾਂ ਦਾ ਜਵਾਬ ਪਿਆਰੇ ਭਾਈ ਦਇਆ ਸਿੰਘ ਜੀ ਦਿੰਦੇ ਹੋ, ਆਪਾਂ ਕੱਲ੍ਹ ਦੇ ਪ੍ਰਕਰਣ ਵਿੱਚ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ।
ਸਭਨਾ ਦੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਹੋਈਆਂ ਫੁੱਲਾਂ ਦੀ ਖਿਮਾ ਜੀ ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵ ਦਿਨ ਰਾਤ, ਗੁਣ ਗਾਵ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਵਿਨਾਸ਼, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਪੀਰ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਜਹਾਂ ਆਧਾਰ। ਹੇ ਠਾਕੁਰ ਹਉ ਦਸਰੋ, ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾ। ਖੋਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਸੁਖ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੇ, ਤੁਹਾਰ ਦੁਆਰ, ਵਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਤੁਹਾਰ ਦੁਆਰ, ਵਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।